स्टूडेंट्स टूडेज ਆਪਾਂ ਕੀ ਪੜ੍ਹਨਾ ਹੈ ਕਿ ਨੋਮਨਕਲੇਚਰ ਆਫ ਕੋਆਰਡੀਨੇਸ਼ਨ ਕੰਪਾਊਂਡ ਜਿਵੇਂ ਕਿ ਤੁਹਾਨੂੰ ਪਤਾ ਨੋਮਨਕਲੇਚਰ ਦਾ ਮਤਲਬ ਕੀ ਹੁੰਦਾ ਕਿ ਨੇਮਿੰਗ ਕਰਨਾ। ਹੁਣ ਆਪਾਂ ਜਿਹੜੇ ਪਹਿਲੇ ਟੌਪਿਕ ਸੀ ਉਸ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਸੀ, ਥਿਊਰੀਜ਼ ਪੜ੍ਹੀਆਂ ਸੀਗੀਆਂ ਤੇ ਇੱਕ ਆਪਾਂ ਪੜ੍ਹਿਆ ਸੀ ਕੋਆਰਡੀਨੇਸ਼ਨ ਕੰਪਾਊਂਡ ਦੀ ਜਨਰਲ ਇੰਟਰੋਡਕਸ਼ਨ ਪੜ੍ਹੀ ਸੀਗੀ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਕੀ ਪੜਾਂਗੇ, ਉਹਨਾਂ ਨੂੰ ਨੇਮਿੰਗ ਕਿਵੇਂ ਕਰੀਦੀ ਹੈ। ਠੀਕ ਹੈ, ਤਾਂ ਹੁਣ ਇਹ ਆਪਾਂ ਜਿਹੜਾ टॉपिक है फर्स्ट ईयर कोऑर्डिनेशन कंपाउंड की होंगे ने आप ऑलरेडी ये पढ़ चुके हैं कि होंगे ने कोऑर्डिनेशन कंपाउंड्स कि ऐसे कंपाउंड्स कि जिन्हां दे विच की हुंदा एक न्यूट्रल सबस्टांसिस हुंदे ने ते ओहदे विच की हुंदा सेंट्रल मैटल एटम हुंदा ओहदे अराउंड की लगे हुंदे ने लीगेंड लगे हुंदे ने। जिवें कि मैटल है, ठीक है, मैटल दे नाल की लग्या हुंदा अपने कोल लीगेंड लगे हुंदे ने, इहदे अराउंड की लगे हुंदे ने लीगेंड्स लगे हुंदे ने। इस तरह ਹੁਣ ਇਹ ਲੀਗੈਂਡ ਦੀ ਜਿਹੜੀ ਸ਼ੇਪ ਹੈ, ਹੁਣ ਉਹ ਲੀਗੈਂਡ 3 ਵੀ ਹੋ ਸਕਦੇ ਨੇ, 4 ਵੀ ਹੋ ਸਕਦੇ ਨੇ, 5 ਵੀ ਹੋ ਸਕਦੇ ਨੇ। ਠੀਕ ਹੈ, ਹੁਣ ਇਹ ਡਿਪੈਂਡ ਕਰਦਾ ਹੈ ਕਿ ਲੀਗੈਂਡ ਦੀ ਜਿਹੜੀ ਜਿਓਮੈਟਰੀ ਕੀ ਹੈ। ਇਸ ਤਰ੍ਹਾਂ ਦੇ ਕੰਪਲੈਕਸਿਸ ਨੂੰ ਆਪਾਂ ਕੀ ਬੋਲਦੇ ਹਾਂ, ਕੋਆਰਡੀਨੇਸ਼ਨ ਕੰਪਾਊਂਡਸ ਬੋਲਦੇ ਆ। ਜਾਂ ਆਪਾਂ ਕੀ ਬੋਲ ਸਕਦੇ ਹਾਂ, ਐਸੇ ਕੰਪਾਊਂਡ, ਇਹ ਜੇ ਕੰਪਾਊਂਡ ਜਿਨ੍ਹਾਂ ਦੇ ਵਿੱਚ ਕੀ ਹੁੰਦਾ ਕਿ ਹੁੰਦੇ ਨੇ ਕੰਪਲੈਕਸਿਸ ਹੁੰਦੇ ਨੇ, ਕੰਪਲੈਕਸ ਆਇਨ ਹੁੰਦੇ ਨੇ। ਹੁਣ ਜਿਹੜੇ ਕੰਪਲੈਕਸ ਕੀ ਹੁੰਦਾ ਹੈ, ਕੰਪਲੈਕਸ ਕੀ ਹੁੰਦਾ ਹੈ ਕਿ ਜਿਹੜਾ ਸੈਂਟਰਲ ਮੈਟਲ ਹੈ, ਜਿਵੇਂ ਕਿ ਹੁਣ ਇੱਥੇ ਬਣਾਇਆ ਹੋਇਆ ਹੈ, ਸੈਂਟਰਲ ਮੈਟਲ ਦੇ ਅਰਾਊਂਡ ਕੀ ਲੱਗੇ ਹੋਏ ਨੇ, ਆਹ ਐਲ ਮਤਲਬ ਲੀਗੈਂਡਸ ਲੱਗੇ ਹੋਏ ਨੇ। ਹੁਣ ਜਿਹੜੇ ਲੀਗੈਂਡਸ ਨੇ ਉਹ ਕੀ ਹੁੰਦੇ ਨੇ, ਉਹ ਐਨਾਇਨਸ ਵੀ ਹੋ ਸਕਦੇ ਨੇ, ਮਤਲਬ ਨੈਗੇਟਿਵ ਵੀ ਹੋ ਸਕਦੇ ਨੇ, ਜਾਂ ਆਪਾਂ ਕੀ ਕਹਿ ਸਕਦੇ ਹਾਂ, ਕੋਈ ਵੀ ਪੋਲਰ ਮੋਲੀਕਿਊਲਸ। ਜਿਵੇਂ ਕਿ ਹੁਣ ਇਹ ਵਾਟਰ ਹੈ, ਇਹ ਕੀ ਹੈ, ਪੋਲਰ ਮੋਲੀਕਿਊਲ ਹੈ। NH3 ਹੈ, ਇਹ ਵੀ ਕੀ ਹੈ, ਪੋਲਰ ਮੋਲੀਕਿਊਲ ਹੈ। Cl ਨੈਗੇਟਿਵ, ठीक है, क्लोराइड आयन ये भी की है लीगेंड की तरह की करते ने, काम करते ने। ठीक है, हुण जेडे लीगेंड है, हुण आपां पढ़िया सीगा मैटल ते लीगेंड किस तरह बॉन्ड बनाते ने। हुण जेड़ा इस च मैटल हुंदा, सेंट्रल मैटल हुंदा ये वाला, ठीक है, इहदे विच की हुंदा कि इहदे कोल की हुंदे ने इलैक्ट्रॉन डेफिशिएंट कंपाउंड हुंदे ने, एम्प्टी की हुंदे ने, डी ऑर्बिटल्स हुंदे ने। ते जेडे लीगेंड हुंदे ने ये की हुंदे ने इलैक्ट्रॉन रिच कंपाउंड हुंदे ने। इस दे कोल की हुंदे ने इलैक्ट्रॉन डोनर्स हो सकदे ने। ते इलैक्ट्रॉन डोनर नूं होर की बोलदे आपां, बेस बोलदे हैं। ते इलैक्ट्रॉन एक्सेप्टर नूं मैटल डेफिशिएंट है ते इलैक्ट्रॉन नूं एक्सेप्ट कर सकदे, इहनूं की बोलदे लुईस एसिड, इहनूं की बोलदे लुईस बेस। ਤਾਂ ਹੁਣ ਲੀਗੈਂਡ ਕੀ ਕਰਦਾ ਹੈ ਕਿ ਆਪਣੇ ਜਿਹੜੇ ਇਲੈਕਟ੍ਰੋਨ ਆ ਕਿਹਨੂੰ ਡੋਨੇਟ ਕਰ ਦਿੰਦਾ ਹੈ, ਮੈਟਲ ਨੂੰ ਡੋਨੇਟ ਕਰ ਦਿੰਦਾ ਹੈ। ਤੇ ਐਸਾ ਬੌਂਡ, ਇਸ ਬੌਂਡ ਨੂੰ ਆਪਾਂ ਕੀ ਬੋਲਦੇ ਹਾਂ, ਇਸ ਤਰ੍ਹਾਂ ਦੇ ਕੋਵਲੈਂਟ ਬੌਂਡ ਨੂੰ ਆਪਾਂ ਕੀ ਬੋਲਦੇ ਹਾਂ, ਕੋਆਰਡੀਨੇਸ਼ਨ ਬੌਂਡ। ਤਾਂ ਹੁਣ ਇਹ ਜਨਰਲ ਇੰਟਰੋਡਕਸ਼ਨ ਆਪਾਂ ਆਲਰੇਡੀ ਪਹਿਲਾਂ ਚੈਪਟਰ ਦੇ ਵਿੱਚ ਲੈਕਚਰ ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਨੈਕਸਟ है, ਹੁਣ ਨੇਮਿੰਗ ਕਰਨ ਤੋਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਕੋਈ ਵੀ ਅਗਰ ਕੋਆਰਡੀਨੇਸ਼ਨ ਕੰਪਲੈਕਸ ਦਾ ਨੇਮ ਦਿੱਤਾ ਹੋਇਆ ਤਾਂ ਉਹਦਾ ਕੈਮੀਕਲ ਫਾਰਮੂਲਾ ਕਿਵੇਂ ਲਿਖੀਦਾ। ਤਾਂ ਉਹ ਕੈਮੀਕਲ ਫਾਰਮੂਲਾ ਲਿਖਣ ਦਾ ਫਰਸਟ ਮੈਥਡ ਹੈ ਕਿ ਚਾਹੇ ਕੋਈ ਵੀ ਕੰਪਲੈਕਸ ਹੈ, ਕੋਈ ਵੀ ਮੈਟਲ ਆਇਨ ਹੈ, ਠੀਕ ਹੈ, ਕੋਆਰਡੀਨੇਸ਼ਨ ਕੰਪਾਊਂਡ ਹੈ, ਉਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕਿਹਨੂੰ ਲਿਖਣਾ ਹੈ, ਕੈਟਾਇਨ ਨੂੰ ਲਿਖਣਾ। ਸਭ ਤੋਂ ਪਹਿਲਾਂ ਆਪਾਂ ਨੇ ਕੀ ਲਿਖਣਾ ਹੈ, ਕੈਟਾਇਨ ਨੂੰ ਲਿਖਣਾ। उस तो बाद ਆਪਾਂ ਨੇ ਕੀ ਲਿਖਣਾ ਹੈ, ਫਿਰ ਉਸ ਤੋਂ ਬਾਅਦ ਕੀ ਲਿਖਣਾ ਹੈ, ਐਨਾਇਨ ਨੂੰ ਲਿਖਣਾ ਹੈ। ਤਾਂ ਮੀਨਸ ਕੋਈ ਵੀ ਕੰਪਲੈਕਸ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਲਿਖਾਂਗੇ, ਕੈਟਾਇਨ, ਦੈਨ ਆਪਾਂ ਕੀ ਲਿਖਾਂਗੇ, ਐਨਾਇਨ। ਕਲੀਅਰ। ਉਸ ਤੋਂ ਬਾਅਦ ਹੁਣ ਜਿਹੜਾ ਵੀ ਕੰਪਲੈਕਸ ਹੈ ਉਹਦੇ ਵਿੱਚ ਕੈਟਾਇਨ ਹੈ, ਮੈਟਲ ਲੀਗੈਂਡ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਲਿਖਣਾ, ਕੋਆਰਡੀਨੇਸ਼ਨ ਜਿਹੜੀ ਕੰਪਲੈਕਸ ਹੁੰਦਾ ਜਿਹਨੂੰ ਆਪਾਂ ਕੰਪਲੈਕਸ ਆਇਨ ਬੋਲਦੇ ਹਾਂ ਜਾਂ ਹੋਰ ਕੀ ਬੋਲਦੇ, ਕੋਆਰਡੀਨੇਸ਼ਨ ਐਂਟੀਟੀ, ਉਸਨੂੰ ਹਮੇਸ਼ਾ ਕਿਸ ਦੇ ਵਿੱਚ ਲਿਖਣਾ ਹੈ, ਸਕੁਏਅਰ ਬ੍ਰੈਕਟ ਦੇ ਵਿੱਚ ਲਿਖਣਾ ਹੈ। ਠੀਕ ਹੈ, ਸਕੁਏਅਰ ਬ੍ਰੈਕਟ ਉਰੇ ਬਣਾਈ ਵੀ ਹੋਈ ਹੈ, ਤੁਹਾਨੂੰ ਵੈਸੇ ਪਤਾ ਵੀ ਹੋਊਗੀ। ਠੀਕ ਹੈ, ਹੁਣ ਥਰਡ ਰੂਲ ਕੀ ਹੈ ਕਿ ਹੁਣ ਆਪਾਂ ਨੇ ਮੈਟਲ ਆਇਨ ਲਿਖ ਲਿਆ, ਠੀਕ ਹੈ। ਹੁਣ ਜਿਹੜੇ ਲੀਗੈਂਡਸ ਲਿਖਣੇ ਆਪਾਂ ਨੇ, ਹੁਣ ਅਗਰ ਤਾਂ ਹੋਮੋਲੈਪਟਿਕ ਕੰਪਲੈਕਸਿਸ ਨੇ, ਹੋਮੋਲੈਪਟਿਕ ਕੰਪਲੈਕਸਿਸ ਦਾ ਮਤਲਬ ਕਿ ਸਿਰਫ ਇੱਕ ਲੀਗੈਂਡ ਪ੍ਰੈਜ਼ੈਂਟ ਹੈ। ਜਿਵੇਂ ਕਿ ਆਪਾਂ ਐਗਜ਼ਾਮਪਲ ਗੱਲ ਕਰਦੇ ਹਾਂ, ਸਪੋਜ਼ ਆਪਣੇ ਕੋਲ ਕੀ ਹੈ, Fe that is iron, ठीक है, CO मतलब कार्बोनिल, ठीक है, की अपने को CO5। ਹੁਣ ਇਹਦੇ ਵਿੱਚ ਕੀ ਹੈ ਕਿ ਇੱਕੋ ਹੀ ਲੀਗੈਂਡ ਆਪਣੇ ਕੋਲ, ਇਸ ਤਰ੍ਹਾਂ ਦੇ ਕੰਪਲੈਕਸਿਸ ਨੂੰ ਆਪਾਂ ਕੀ ਬੋਲਦੇ ਹਾਂ, ਹੋਮੋਲੈਪਟਿਕ ਕੰਪਲੈਕਸਿਸ। ਹੁਣ ਇਸ ਦੇ ਵਿੱਚ ਤਾਂ ਆਪਾਂ ਨੂੰ ਕੋਈ ਐਜ਼ ਇਟ ਇਜ਼ ਇਹਨੂੰ ਲਿਖ ਦੇਣਾ ਕੰਪਲੈਕਸ ਆਇਨ ਨੂੰ, ਕੋਆਰਡੀਨੇਸ਼ਨ ਐਂਟੀਟੀ ਨੂੰ, ਠੀਕ ਹੈ। ਬਟ ਹੁਣ ਅਗਰ ਆਪਣੇ ਕੋਲ ਕੀ ਹੈ ਕਿ ਕੰਪਲੈਕਸ ਆਇਨ ਦੇ ਵਿੱਚ हेट्रोलैक्टिक कंप्लेक्सेस है। हेट्रोलैक्टिक कंप्लेक्सेस ਦਾ ਮਤਲਬ ਕੀ ਹੁੰਦਾ ਹੈ ਕਿ ਡਿਫਰੈਂਟ ਲੀਗੈਂਡਸ ਲੱਗੇ ਹੋਏ ਨੇ ਸੈਂਟਰਲ ਮੈਟਲ ਆਇਨ ਦੇ ਨਾਲ। ਤਾਂ ਉਸ ਦੇ ਵਿੱਚ ਆਪਾਂ ਨੇ ਜਿਹੜੇ ਲੀਗੈਂਡ ਹੈ ਉਸਨੂੰ ਕਿਸ ਆਰਡਰ ਦੇ ਵਿੱਚ ਲਿਖਣਾ ਹੈ, ਅਲਫਾਬੈਟਿਕਲ ਆਰਡਰ ਦੇ ਵਿੱਚ ਲਿਖਣਾ ਹੈ।
ਹੁਣ ਅਲਫਾਬੈਟੀਕਲ ਆਰਡਰ ਦੇ ਵਿੱਚ ਆਪਾਂ ਅਲਫਾਬੈਟਸ ਮਤਲਬ ਕਿ ਹੁਣ ਜਿਹਦੇ ਵਿੱਚ ਜਿਵੇਂ ਕਿ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਜਿਵੇਂ ਆਪਣੇ ਕੋਲ ਵਾਟਰ ਹੈ, ਠੀਕ ਹੈ, ਫਿਰ ਅਮੋਨੀਆ ਹੈ, ਫਿਰ ਆਪਣੇ ਕੋਲ ਨਾਈਟ੍ਰਾਈਟ ਆਇਨ ਹੈ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਅਲਫਾਬੈਟਿਕਲੀ ਆਰਡਰ ਵਾਟਰ ਦਾ W ਨਹੀਂ ਲੈਣਾ, ਆਪਾਂ ਨੇ ਜਿਹੜਾ ਫਸਟ ਸਿੰਬਲ ਹੈ ਕੈਮੀਕਲ ਫਾਰਮੂਲੇ ਦਾ ਉਹਨੂੰ ਚੱਕਣਾ। ਜਿਵੇਂ ਕਿ ਹੁਣ ਵਾਟਰ ਹੈ, ਵਾਟਰ ਦੇ ਵਿੱਚ H ਹੈ, ਠੀਕ ਹੈ। ਅਮੋਨੀਆ ਦੇ ਵਿੱਚ ਕਿਤੋਂ ਸਟਾਰਟ ਹੁੰਦਾ NH3 ਫਾਰਮੂਲੇ ਦੇ ਵਿੱਚ। ਹੁਣ ਆਪਾਂ ਨੇ ਇਹਦਾ ਹਾਈਡਰੋਜਨ ਦੇਖਣਾ, ਇਹਦਾ ਵੀ ਨਾਈਟ੍ਰੋਜਨ ਦੇਖਣਾ, ਇਹਦਾ ਨਾਈਟ੍ਰੋਜਨ ਦੇਖਣਾ। ਇਸ ਤਰ੍ਹਾਂ ਆਪਾਂ ਨੇ ਕੀ ਲਿਖਣਾ ਅਲਫਾਬੈਟਿਕਲ ਆਰਡਰ ਦੇ ਵਿੱਚ। ਹੁਣ ਹਾਈਡਰੋਜਨ ਪਹਿਲਾਂ ਆਉਂਦਾ ਹੈ। ਹੁਣ ਸਪੋਜ਼ ਅਗਰ ਕੋਈ ਕੰਪਲੈਕਸ ਹੈ, ਜਿਵੇਂ ਕਿ ਇੱਥੇ ਬਣਾਏ ਹੋਇਆ ਡਰਾ ਐਗਜ਼ਾਮਪਲ ਦਿੱਤੀ ਹੋਈ ਆ ਕੰਪਲੈਕਸ ਹੈ ਹੈਟਰੋਲੈਕਟਿਕ ਕੰਪਲੈਕਸ। ਹੁਣ ਇਹਦੇ ਵਿੱਚ ਵਾਟਰ ਹੈ ਤੇ ਆਪਣੇ ਕੋਲ ਦੂਸਰਾ ਲਿਗੈਂਡ ਕੀ ਪਿਆ ਹੈ, ਅਮੋਨੀਆ ਪਿਆ ਹੈ। ਹੁਣ ਇਹਦੇ ਵਿੱਚ ਹਾਈਡਰੋਜਨ ਅਲਫਾਬੈਟ ਦੇ ਵਿੱਚ ਪਹਿਲਾਂ ਆਉਂਦਾ, ਇਸ ਕਰਕੇ ਵਾਟਰ ਨੂੰ ਪਹਿਲਾਂ ਲਿਖਣਾ ਹੈ ਤੇ ਅਮੋਨੀਆ ਨੂੰ ਆਪਾਂ ਨੇ ਬਾਅਦ ਵਿੱਚ ਲਿਖਣਾ ਹੈ, ਠੀਕ ਹੈ। ਇਹ ਅਨਦਰ ਰੂਲ ਸੀਗਾ। ਨੈਕਸਟ ਕੀ ਹੈ ਕਿ ਹੁਣ ਆਪਣੇ ਕੋਲ ਜਿਵੇਂ ਕਿ ਸਪੋਜ਼ ਆਪਣੇ ਕੋਲ ਜਿਹੜੇ ਕਿ ਲਿਗੈਂਡ ਹੈ ਕੰਪਲੈਕਸ ਆਇਨ ਦੇ ਵਿੱਚ, ਠੀਕ ਹੈ, ਦੋ ਸੇਮ ਮਤਲਬ ਕਿ ਸਟਾਰਟ ਦੋਨਾਂ ਦਾ ਜਿਹੜਾ ਪਹਿਲਾ ਆਈਟਮ ਹੈ ਦੋਨੋਂ ਇੱਕੋ ਹੀ ਅਲਫਾਬੈਟ ਤੋਂ ਸਟਾਰਟ ਹੋ ਰਹੇ ਨੇ। ਜਿਵੇਂ ਆਪਾਂ ਐਗਜ਼ਾਮਪਲ ਕਰ ਰਹੇ ਹਾਂ ਅਮੋਨੀਆ ਤੇ ਨਾਈਟ੍ਰੋਜਨ ਦੀ, ਤਾਂ ਹੁਣ ਇਸ ਦੇ ਵਿੱਚ ਇਹਦਾ ਵੀ ਨਾਈਟ੍ਰੋਜਨ ਹੈ, ਇਹਨੂੰ ਵੀ N ਹੈ, ਦੋਨੋਂ ਇੱਕੋ ਹੀ ਹੋ ਗਏ ਨਾ। ਤਾਂ ਹੁਣ ਇਹਨੂੰ ਲਿਖਣ ਦਾ ਕੀ ਮੈਥਡ ਹੈ ਕਿ ਜਿਸ ਦੇ ਵਿੱਚ ਜਿਹੜੇ ਕੰਪਲੈਕਸ ਦੇ ਵਿੱਚ ਜਿਹੜਾ ਅਲਫਾਬੈਟ ਹੈ ਜਿਵੇਂ ਕਿ ਨਾਈਟ੍ਰੋਜਨ ਆ ਰਹੇ ਨੇ, ਹੁਣ ਇਸ ਦੇ ਵਿੱਚ ਨਾਈਟ੍ਰੋਜਨ ਕੀ ਆ ਰਿਹਾ, ਇੱਕ ਆ ਰਿਹਾ, ਇਹਦੇ ਵਿੱਚ ਨਾਈਟ੍ਰੋਜਨ ਕਿੰਨੇ ਆ ਰਹੇ ਨੇ, ਦੋ ਆ ਰਹੇ ਨੇ। ਤਾਂ ਹੁਣ ਇਹਦੇ ਵਿੱਚ ਆਪਾਂ ਨੇ ਲਿਗੈਂਡ ਨੂੰ ਇਸ ਤਰ੍ਹਾਂ ਲਿਖਣਾ ਹੈ ਕਿ ਜਿਹਦੇ ਵਿੱਚ ਘੱਟ ਐਟਮ ਆ ਰਹੇ ਨੇ ਪਹਿਲਾਂ, ਠੀਕ ਹੈ, ਉਹਨੂੰ ਪਹਿਲਾਂ ਲਿਖਣਾ ਹੈ ਤੇ ਜਿਹਦੇ ਵਿੱਚ ਦੋ ਆ ਰਹੇ ਆ ਉਹਨੂੰ ਬਾਅਦ ਵਿੱਚ ਲਿਖਣਾ ਹੈ। ਹੁਣ ਜਿਵੇਂ ਅਮੋਨੀਆ ਦੇ ਵਿੱਚ ਨਾਈਟ੍ਰੋਜਨ ਇੱਕ ਹੈ ਤੇ N2 ਦੇ ਵਿੱਚ ਦੋ ਹੈ, ਤਾਂ ਅਮੋਨੀਆ ਨੂੰ ਆਪਾਂ ਪਹਿਲਾਂ ਲਿਖਾਂਗੇ ਤੇ N2 ਨੂੰ ਕੀ ਲਿਖਾਂਗੇ, ਬਾਅਦ ਵਿੱਚ ਲਿਖਾਂਗੇ। ਤਾਂ ਇਹ ਕੀ ਸੀ, ਦੂਸਰਾ ਰੂਲ। ਥਰਡ ਕੀ ਹੈ ਕਿ ਸਪੋਜ਼ ਆਪਣੇ ਕੋਲ ਜਿਹੜੇ ਡਿਫਾਈਨਿੰਗ ਐਟਮਸ ਹੈ ਮਤਲਬ ਕਿ ਜਿਵੇਂ ਕਿ ਜਿਹੜਾ ਅਲਫਾਬੈਟ ਹੈ ਉਹਦੇ ਵਿੱਚ ਇੱਕ ਸੇਮ ਨੇ, ਮਤਲਬ ਜਿਵੇਂ ਗੱਲ ਕਰੀਏ ਆਪਾਂ NH2 ਨੈਗੇਟਿਵ ਦੀ ਤੇ ਆਪਾਂ NO2 ਨੈਗੇਟਿਵ ਦੀ। ਹੁਣ ਇਹਦੇ ਵਿੱਚ ਇੱਕ ਨਾਈਟ੍ਰੋਜਨ ਇਹਦੇ ਵਿੱਚ ਹੈ, ਇੱਕ ਨਾਈਟ੍ਰੋਜਨ ਇਹਦੇ ਵਿੱਚ ਹੈ, ਤਾਂ ਹੁਣ ਇਹਨਾਂ ਦੇ ਵਿੱਚ ਕੌਣ ਡਿਸਾਈਡ ਕਰੂਗਾ ਕਿ ਆਪਾਂ ਕਿਹਨੂੰ ਪਹਿਲਾਂ ਲਿਖਣਾ, ਦੂਜਾ ਐਟਮ। ਜਿਹੜਾ ਦੂਸਰਾ ਐਟਮ ਹੈ ਹੁਣ ਇਹਦੇ ਵਿੱਚ ਹਾਈਡਰੋਜਨ ਹੈ, ਇਹਦੇ ਵਿੱਚ ਕੀ ਹੈ, ਆਕਸੀਜਨ। अब इस ਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ, ਹਾਈਡਰੋਜਨ ਆ ਰਿਹਾ ਦੂਸਰਾ ਐਲੀਮੈਂਟ, ਇਸ ਚ ਕੀ ਆ ਰਿਹਾ, ਆਕਸੀਜਨ। ਤਾਂ ਹੁਣ H ਪਹਿਲਾਂ ਆਉਂਦਾ ਆਕਸੀਜਨ ਤੋਂ, ਠੀਕ ਹੈ, ਪਹਿਲਾਂ ਕੀ ਆਉਂਦਾ ਹੈ, H ਆਉਂਦਾ O ਤੋਂ ਪਹਿਲਾਂ, ਇਸ ਕਰਕੇ ਆਪਾਂ ਪਹਿਲਾਂ ਕੀ ਲਿਖਾਂਗੇ NH2 ਨੈਗੇਟਿਵ, ਉਸ ਤੋਂ ਬਾਅਦ ਆਪਾਂ ਕੀ ਲਿਖਾਂਗੇ NO2 ਨੈਗੇਟਿਵ, ਠੀਕ ਹੈ। ਹੁਣ ਨੈਕਸਟ ਰੂਲ ਕੀ ਹੈ ਕਿ ਪੋਲੀਡੈਂਡਨ ਲਿਗੈਂਡ। ਪੋਲੀਡੈਂਡਨ ਲਿਗੈਂਡ ਕੀ ਹੁੰਦੇ ਨੇ ਕਿ ਜਿਸਦੇ ਵਿੱਚ ਐਸੇ ਲਿਗੈਂਡ ਜਿਨ੍ਹਾਂ ਕੋਲ ਕੀ ਹੋਵੇ ਇੱਕ ਤੋਂ ਜ਼ਿਆਦਾ ਡੋਨਰ ਐਟਮ ਹੋਵੇ। ਜਿਵੇਂ ਐਗਜ਼ਾਮਪਲ ਆਪਾਂ ਕੀਤੀ ਸੀਗੀ ਆਕਜ਼ੈਲੇਟਾਈਨ ਦੀ। ਜਿਹੜਾ ਆਕਜ਼ੈਲੇਟਾਈਨ ਕੀ ਹੁੰਦਾ ਹੈ, COO ਨੈਗੇਟਿਵ, ਠੀਕ ਹੈ, ਤੇ ਇੱਧਰ ਵੀ ਕੀ ਹੁੰਦਾ ਹੈ, COO ਨੈਗੇਟਿਵ। ਹੁਣ ਇਸ ਦੇ ਵਿੱਚ ਕੀ ਨੇ, ਦੋ ਡੋਨਰ ਐਟਮਸ ਨੇ। ਇਸੇ ਤਰ੍ਹਾਂ ਐਗਜ਼ਾਮਪਲ ਕੀ ਹੈ EDTA ਦੀ, ਉਹ ਵੀ ਕੀ ਹੈ, ਹੈਕਸਾਡੈਂਟਨ ਲਿਗੈਂਡ ਹੈ, ਮਤਲਬ ਉਸਦੇ ਕੋਲ ਕੀ ਹੁੰਦੇ ਨੇ, 6 ਕੀ ਹੁੰਦੇ ਨੇ, ਡੋਨਰ ਐਟਮਸ ਹੁੰਦੇ ਨੇ। ਇਸ ਤਰ੍ਹਾਂ ਦੇ ਹੁਣ ਜਿਹੜੇ ਪੋਲੀਡੈਂਡਨ ਲਿਗੈਂਡ ਹੈ, ਠੀਕ ਹੈ, ਜਿਵੇਂ ਹੁਣ ਇਹਨੂੰ ਆਪਾਂ ਕਿਵੇਂ ਨਾਮ ਦਿੰਦੇ ਆ ਉਸਨੂੰ, ਜਿਵੇਂ ਹੁਣ ਇਸ ਦਾ ਨਾਮ ਕੀ ਹੈ EDTA ਦਾ, ਇਥਿਲੀਨ ਡਾਇਅਮੀਨ ਟੈਟਰਾਐਸਟਿਕ ਐਸਿਡ, ਠੀਕ ਹੈ। ਹੁਣ ਇਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕੀ ਲਿਖਦੇ ਹਾਂ, EDTA, ਮਤਲਬ ਕਿ ਪੋਲੀਡੈਂਡਨ ਲਿਗੈਂਡ ਨੂੰ ਆਪਾਂ ਨੇ ਕੀ ਦੇਣੀ ਹੈ, ਐਬਰੀਵੇਸ਼ਨਸ ਦੇਣੀਆਂ ਨੇ। ਤੇ ਹੁਣ ਜਿਹੜੀ ਇਹਨਾਂ ਨੂੰ ਜਿਹੜੀ ਨੇਮਿੰਗ ਹੈ, ਇਹਨੂੰ ਵੀ ਨੇਮਿੰਗ ਕਿਸ ਤਰ੍ਹਾਂ ਕਰਨੀ ਹੈ, ਅਲਫਾਬੈਟਿਕਲੀ ਆਰਡਰ ਦੇ ਵਿੱਚ ਕਰਨੀ ਹੈ। ਹੁਣ ਅਲਫਾਬੈਟਿਕਲੀ ਆਰਡਰ ਚ ਆਪਾਂ ਕਿਵੇਂ ਡਿਸਾਈਡ ਕਰਨੀ ਹੈ ਇਹਨਾਂ ਦੀ ਪੋਜੀਸ਼ਨ। ਹੁਣ ਜਿਹੜੀ ਐਬਰੀਵੇਸ਼ਨ ਨੇ, ਜਿਵੇਂ ਆਕਜ਼ੈਲੇਟਾਈਨ ਨੂੰ ਆਪਾਂ ਲਿਖਦੇ ਹਾਂ OX, ਇਹਦੀ ਐਬਰੀਵੇਸ਼ਨ ਕੀ ਹੁੰਦੀ ਹੈ, OX, ਤੇ ਇਥਿਲੀਨ ਡਾਇਅਮੀਨ ਟੈਟਰਾਐਸਟਿਕ ਐਸਿਡ ਨੂੰ ਆਪਾਂ ਕੀ ਲਿਖਦੇ ਹਾਂ, EDTA। ਹੁਣ ਇਸ ਨੂੰ ਕਿਵੇਂ ਲਿਖਾਂਗੇ, O ਦੇਖਣਾ, ਠੀਕ ਹੈ, ਤੇ ਠੀਕ ਹੈ, ਮਤਲਬ ਕਿ ਜਿਹੜਾ ਇਹਦਾ ਫਸਟ ਲੈਟਰ ਹੈ ਉਹ ਦੇਖਣਾ ਆਪਾਂ ਨੇ ਕਿ ਕਿਸ ਤਰ੍ਹਾਂ ਵੀ ਕਿਹੜਾ ਅਲਫਾਬੈਟ ਆਰਡਰ ਚ ਕਿਵੇਂ ਆਉਂਦਾ। ਤਾਂ ਇਸ ਨੂੰ ਵੀ ਆਪਾਂ ਨੇ ਕਿਵੇਂ ਕਰਨਾ, ਐਬਰੀਵੇਸ਼ਨ ਦੇਖ ਕੇ ਐਬਰੀਵੇਸ਼ਨ ਦਾ ਸਿੰਬਲ ਦੇਖਣਾ ਹੈ ਤੇ ਫਿਰ ਅਲਫਾਬੈਟਿਕ ਆਰਡਰ ਦੇ ਵਿੱਚ ਜਿਸ ਨੰਬਰ ਤੇ ਆਊਗਾ ਉਸ ਦੇ ਅਕੋਰਡਿੰਗ ਆਪਾਂ ਨੇ ਇਹਨੂੰ ਕੀ ਕਰਨਾ, ਲਿਖਣਾ ਹੈ ਫਾਰਮੂਲੇ ਦੇ ਵਿੱਚ, ਠੀਕ ਹੈ। ਹੁਣ ਕਈ ਲਿਗੈਂਡ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਕਿ ਉਹਨਾਂ ਨੂੰ ਆਪਾਂ ਜਿਹੜੇ ਵੀ ਅਲਫਾਬੈਟ ਪੋਲੀਡੈਂਡਨ ਲਿਗੈਂਡ ਹੈ, ਠੀਕ ਹੈ, ਇਹਨਾਂ ਨੂੰ ਆਪਾਂ ਕਿਹਦੇ ਵਿੱਚ ਲਿਖਣਾ, ਬ੍ਰੈਕਟ ਦੇ ਵਿੱਚ ਲਿਖਣਾ ਹਮੇਸ਼ਾ, ਠੀਕ ਹੈ। ਜਿਵੇਂ ਐਗਜ਼ਾਮਪਲ ਪਿਰੀਡੀਨ ਹੈ, ਪਿਰੀਡੀਨ ਨੂੰ ਆਪਾਂ ਸ਼ਾਰਟ ਫਾਰਮ ਚ ਕੀ ਲਿਖਦੇ ਹਾਂ, PY, ਠੀਕ ਹੈ। ਤੇ ਇਥਿਲੀਨ ਡਾਇਅਮੀਨ ਹੈ, ਉਹਨੂੰ ਆਪਾਂ ਕਿਵੇਂ ਲਿਖਦੇ ਹਾਂ, ਇਥੇਨ
1,2 डाइअमीन है, ठीक है, या इथिलीन डाइअमीन ਹੁਣ commonly ਆਪਾਂ ਕੀ यूज ਕਰਦੇ ਹਾਂ इथेन 1,2 डाइअमीन, ਤਾਂ ਉਹਦਾ short name abbreviation ਕੀ ਹੈ EN, ਠੀਕ ਹੈ। ਹੁਣ ਜਦੋਂ ਵੀ ਆਪਾਂ ਇਸ ਨੂੰ ਆਪਾਂ ਲਿਖਾਂਗੇ, ਠੀਕ ਹੈ, ਤਾਂ ਇਹਨੂੰ ਕੋਆਰਡੀਨੇਸ਼ਨ ਫਾਰਮੂਲਾ ਦੇ ਵਿੱਚ ਇਹਨੂੰ ਲਿਖਾਂਗੇ ਤਾਂ ਆਪਾਂ ਜਿਹੜਾ EN ਹੈ ਉਸ ਨੂੰ ਕੀ ਲਿਖਣਾ ਹੈ, ਬ੍ਰੈਕਟ ਦੇ ਵਿੱਚ ਲਿਖਣਾ ਹੈ, ਪੀਰੀਡੀਨ ਨੂੰ ਵੀ ਕੀ ਲਿਖਣਾ ਹੈ, ਬ੍ਰੈਕਟ ਦੇ ਵਿੱਚ ਲਿਖਣਾ ਹੈ, ਠੀਕ ਹੈ। दूसरा ਹੁਣ अगर जिन्ने भी हेट्रोलैक्टिक ਕੰਪਲੈਕਸਿਸ ਹੈ, ਜਿਵੇਂ ਹੁਣੀ ਦੱਸਿਆ ਕਿ हेट्रोलैक्टिक ਕੰਪਲੈਕਸਿਸ ਕੀ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਆਪਾਂ ਕੀ ਹੁੰਦੇ ਨੇ ਇੱਕ ਤੋਂ ਜ਼ਿਆਦਾ ਲਿਗੈਂਡਸ ਹੁੰਦੇ ਨੇ, ਠੀਕ ਹੈ। ਹੁਣ ਉਹਨਾਂ ਨੂੰ ਕਿਵੇਂ ਲਿਖਣਾ, ਉਹਨਾਂ ਦੀ ਵਿਦਆਊਟ ਸੈਪਰੇਸ਼ਨ ਲਿਖਣਾ, ਮਤਲਬ ਕਿ ਜਿਵੇਂ ਕਿ ਹੁਣ ਐਗਜ਼ਾਮਪਲ ਆ ਦਿੱਤੀ ਹੋਈ ਹੈ, ਹੁਣ ਇਸ ਦੇ ਵਿੱਚ ਆਪਣੇ ਕੋਲ 3 ਲਿਗੈਂਡ ਪ੍ਰੈਜ਼ੈਂਟ ਨੇ, ਕਲੋਰੀਨ, ਠੀਕ ਹੈ, ਪਿਰੀਡੀਨ ਤੇ ਅਮੋਨੀਆ, ਠੀਕ ਹੈ। ਹੁਣ ਇਸ ਦੇ ਵਿੱਚ ਆਪਾਂ ਨੇ ਕੀ ਲਿਖਣਾ, ਹੁਣ ਇਹਦੇ ਵਿੱਚ ਆਪਾਂ ਕੋਈ ਵੀ ਸਪੇਸ ਨਹੀਂ ਦਿੱਤੀ ਹੋਈ ਹੈਗੀ, ਤਾਂ ਮਤਲਬ ਕਿ ਕੋਈ ਲਿਗੈਂਡ ਨੂੰ ਜਦੋਂ ਆਪਾਂ ਕੈਮੀਕਲ ਫਾਰਮੂਲਾ ਉਹਦਾ ਲਿਖਣਾ ਹੈ ਤਾਂ ਲਿਗੈਂਡ ਦੇ ਵਿੱਚ ਆਪਾਂ ਨੇ ਕੋਈ ਵੀ ਸਪੇਸ ਨਹੀਂ ਦੇਣੀ, ਠੀਕ ਹੈ। ਹੁਣ ਇਸ ਦੇ ਵਿੱਚ ਦੇਖੋ, ਹੁਣ ਇੱਕ ਆਪਾਂ ਹੁਣੇ ਰੂਲ ਪੜ੍ਹਿਆ ਕਿ ਅਲਫਾਬੈਟਿਕਲ ਆਰਡਰ ਚ ਕਰਨਾ ਹੈ। ਹੁਣ ਇੱਥੇ ਕਲੋਰੀਨ ਹੈ, ਕਲੋਰੀਨ ਦਾ C, ਹੁਣ ਇਹਦੇ ਵਿੱਚ ਕੀ ਹੈ, ਹੁਣ C5H5N ਮਤਲਬ ਪੀਰੀਡੀਨ, ਹੁਣ ਆਪਾਂ ਨੇ ਇੱਥੇ ਕੀ ਹੈ PY ਵੀ ਲਿਖ ਸਕਦੇ ਹਾਂ, ਇਹਨੂੰ ਲਿਖਣ ਦਾ ਇੱਕ ਹੋਰ ਮੈਥਡ ਵੀ ਕੀ ਹੈ, ਇੱਥੇ ਆਪਾਂ ਕੀ ਲਿਖ ਸਕਦੇ ਹਾਂ PY ਲਿਖਦੇ ਹਾਂ, ਠੀਕ ਹੈ, ਪੀਰੀਡੀਨ। ਹੁਣ ਇਹਨਾਂ ਨੇ C5H5N ਹੈ ਨਾ, ਹੁਣ ਇੱਥੇ ਦੇਖੋ C, ਹੁਣ ਇੱਥੇ ਕਲੋਰੀ ਇੱਕ ਕਾਰਬਨ ਇੱਕ ਹੈ, ਇੱਥੇ ਕਿੰਨੇ ਨੇ 5 ਨੇ, ਤਾਂ Cl2 ਪਹਿਲਾਂ ਆਊਗਾ ਤੇ C5H5 ਕੀ ਆਊਗਾ ਬਾਅਦ ਵਿੱਚ ਆਊਗਾ, ਦੈਨ ਅਮੋਨੀਆ, ਠੀਕ ਹੈ। ਹੁਣ ਇੱਕ ਅਨਦਰ ਰੂਲ ਕੀ ਹੈ ਕਿ ਜਦੋਂ ਵੀ ਆਪਾਂ ਕੈਮੀਕਲ ਫਾਰਮੂਲਾ ਕੋਆਰਡੀਨੇਸ਼ਨ ਕੰਪਲੈਕਸ ਦਾ ਲਿਖਣਾ ਹੈ ਤਾਂ ਉਹਦੇ ਉੱਪਰ ਜਿਹੜਾ ਟੋਟਲ ਪੋਜ਼ਿਟਿਵ ਚਾਰਜ ਹੈ ਉਹ ਕਿਹਦੇ ਬਰਾਬਰ ਹੋਣਾ ਚਾਹੀਦਾ, ਹਮੇਸ਼ਾ ਟੋਟਲ ਨੈਗੇਟਿਵ ਚਾਰਜ ਦੇ ਬਰਾਬਰ ਹੋਣਾ ਚਾਹੀਦਾ, ਠੀਕ ਹੈ। ਤੇ ਲਾਸਟ ਰੂਲ ਕੀ ਹੈ ਕਿ ਜਦੋਂ ਵੀ ਆਪਾਂ ਜਿਹੜਾ ਕੈਮੀਕਲ ਫਾਰਮੂਲਾ ਲਿਖਦੇ ਆ ਤਾਂ ਉਹਦੇ ਵਿੱਚ ਕੀ ਹੁੰਦੇ ਨੇ, ਕਾਊਂਟਰ ਆਇਨਸ ਵੀ ਹੁੰਦੇ ਨੇ, ਠੀਕ ਹੈ। ਕਾਊਂਟਰ ਆਇਨਸ ਕਿਹੜੇ ਹੁੰਦੇ ਨੇ, ਜਿਹੜੇ ਸਕੁਅਰ ਬ੍ਰੈਕਟ ਦੇ ਬਾਹਰ ਲਿਖੇ ਹੁੰਦੇ ਨੇ, ਮਤਲਬ ਅਗਰ ਚਾਰਜ ਨੂੰ ਕੰਪਲੀਟ ਕਰਨ ਲਈ ਆਪਾਂ ਕੀ ਲਿਖਦੇ ਹਾਂ, ਕਾਊਂਟਰ ਆਇਨਸ ਲਿਖਦੇ ਹਾਂ। ਤਾਂ ਹੁਣ अगर आप कोई कंप्लैक्स आयन लिख रहे हैं, ठीक है, कोऑर्डिनेशन एंटिटी लिख रहे हैं विदाउट काउंटर आयन्स, मतलब आप काउंटर आयन नहीं लिखना, तो ਉਹਦੇ ਉੱਪਰ ਕੋਈ ਨਾ ਕੋਈ ਚਾਰਜ ਹੋਊਗਾ ਜਾਂ ਪੋਜ਼ਿਟਿਵ ਚਾਰਜ ਹੋਊਗਾ ਜਾਂ ਕੀ ਹੋਊਗਾ, ਨੈਗੇਟਿਵ ਚਾਰਜ ਹੋਊਗਾ। ਤਾਂ ਹੁਣ ਜਿਹੜਾ ਚਾਰਜ ਹੈ ਉਹਨੂੰ ਆਪਾਂ ਕਿਵੇਂ ਲਿਖਣਾ ਹੈ, ਚਾਰਜ ਨੂੰ ਹਮੇਸ਼ਾ ਕੀ ਲਿਖਣਾ, ਸਕੁਅਰ ਬ੍ਰੈਕਟ ਆਊਟਸਾਈਡ ਦਾ ਸਕੁਅਰ ਬ੍ਰੈਕਟ ਹੈ ਜਿਹੜਾ ਰਾਈਟ ਸੁਪਰਸਕ੍ਰਿਪਟ, ਮਤਲਬ ਕਿ ਸਕੁਅਰ ਬ੍ਰੈਕਟ ਦੇ ਉੱਪਰ ਆਪਾਂ ਨੇ ਕੀ ਲਿਖਣਾ, ਸੁਪਰਸਕ੍ਰਿਪਟ ਤੇ ਨੰਬਰ ਪਹਿਲਾਂ ਲਿਖਣਾ ਹੈ, ਚਾਰਜ ਬਾਅਦ ਵਿੱਚ ਲਿਖਣਾ। ਜਿਵੇਂ ਹੁਣ ਐਗਜ਼ਾਮਪਲ ਦਿੱਤੀ ਹੋਈ ਹੈ, ਹੁਣ ਆਪਣੇ ਕੋਲ ਇੱਕ ਕੈਮੀਕਲ ਫਾਰਮੂਲਾ ਦਿੱਤਾ ਹੋਇਆ, ਹੁਣ ਇਹਦੇ ਵਿੱਚ ਕੀ ਹੈ, ਆਪਾਂ ਨੇ ਕਾਊਂਟਰ ਆਇਨਸ ਨਹੀਂ ਲਿਖੀ ਹੋਈ, ਠੀਕ ਹੈ। ਹੁਣ ਇਹਦੇ ਵਿੱਚ ਜਿਹੜਾ ਨੰਬਰ ਹੈ ਉਹ ਪਹਿਲਾਂ ਲਿਖਣਾ ਤੇ ਸਾਈਨ ਬਾਅਦ ਵਿੱਚ ਲਾਣਾ, ਤਾਂ ਇਹ ਕੀ ਹੈ, ਮੈਥਡ ਹੈ। ਅਗਰ ਆਪਾਂ ਐਵੇਂ ਲਿਖਾਂਗੇ ਪਲੱਸ ਪਹਿਲਾਂ ਲਿਖਤਾ ਤੇ 2 ਬਾਅਦ ਵਿੱਚ ਲਿਖਤਾ ਤਾਂ ਆਪਣਾ ਕੀ ਹੋ ਜਾਊਗਾ, ਇਹ ਰੋਂਗ ਹੋ ਜਾਊਗਾ, ਠੀਕ ਹੈ। ਤਾਂ ਹੁਣ ਇਹ ਸਾਰੇ ਕੀ ਸੀਗੇ, ਰੂਲਸ ਸੀਗੇ ਕਿ ਕੋਆਰਡੀਨੇਸ਼ਨ ਕੰਪਲੈਕਸ ਅਗਰ ਆਪਾਂ ਨੂੰ ਨਾਮ ਦਿੱਤਾ ਹੋਇਆ ਹੈ ਤਾਂ ਆਪਾਂ ਕੈਮੀਕਲ ਫਾਰਮੂਲਾ ਕਿਵੇਂ ਲਿਖੀਦਾ, ਤੇ ਅਗਰ ਇਹ ਸਾਰੇ ਆਉਂਦੇ ਨੇ, ਠੀਕ ਹੈ, ਤਾਂ ਆਪਾਂ ਈਜ਼ੀਲੀ ਕੀ ਲਿਖ ਸਕਦੇ ਹਾਂ, ਆਪਾਂ ਨੂੰ ਰੂਲਸ ਪਤਾ ਤਾਂ ਆਪਾਂ ਈਜ਼ੀਲੀ ਕਿਸੇ ਵੀ ਕੰਪਾਊਂਡ ਦਾ ਕੀ ਲਿਖ ਸਕਦੇ ਹਾਂ, ਕੈਮੀਕਲ ਫਾਰਮੂਲਾ ਲਿਖ ਸਕਦੇ ਹਾਂ। ਤੇ ਹੁਣ ਜਿਹੜਾ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਹੈ ਦੋਨੋਂ ਹੀ ਤਰੀਕੇ ਆ ਸਕਦਾ ਕਿ ਆਪਾਂ ਨੂੰ ਕੈਮੀਕਲ ਫਾਰਮੂਲਾ ਲਿਖਣਾ ਵੀ ਆ ਸਕਦਾ ਜਾਂ ਕੈਮੀਕਲ ਫਾਰਮੂਲਾ ਦਿੱਤਾ ਹੋਊਗਾ ਆਪਾਂ ਨੇ ਉਹਦਾ ਨੇਮ ਲਿਖਣਾ ਹੋਊਗਾ, ਤਾਂ ਦੋਨੋਂ ਹੀ ਤਰੀਕੇ ਨਾਲ ਆਪਾਂ ਨੂੰ ਕੁਐਸਚਨ ਆ ਸਕਦਾ ਹੈ। ਹੁਣੇ ਆਪਾਂ ਰੂਲਸ ਪੜ੍ਹੇ ਆ, ਨੈਕਸਟ ਟੌਪਿਕ ਹੁਣ ਆਪਾਂ ਕੀ ਪੜ੍ਹਨਾ ਕਿ ਕੋਆਰਡੀਨੇਸ਼ਨ ਕੰਪਲੈਕਸਿਸ ਨੂੰ ਨਾਮ ਕਿਵੇਂ ਦੇਈਦਾ, ਨੋਮੈਨਕਲੇਚਰ ਆਫ ਕੋਆਰਡੀਨੇਸ਼ਨ ਕੰਪਲੈਕਸਿਸ। ਹੁਣ ਇਹਦੇ ਵਿੱਚ ਕੀ ਹੈ ਕਿ ਚਾਹੇ ਹੁਣ ਆਪਣੇ ਕੋਲ ਜਿਹੜਾ ਕੰਪਲੈਕਸ ਆਇਨ ਹੈ, ਜਿਵੇਂ ਹੁਣ ਮੈਂ ਪਿੱਛੇ ਪੜ੍ਹਿਆ ਨਿਕਲ ਵਾਲੀ ਐਗਜ਼ਾਮਪਲ ਹੁਣੇ ਕੀਤੀ ਹੈ, ਉਸਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਕਿ ਉਹਦੇ ਉੱਪਰ ਪੋਜ਼ਿਟਿਵ ਚਾਰਜ ਸੀਗਾ, ਮਤਲਬ ਕੰਪਲੈਕਸ ਆਇਨ ਨਿਊਟਰਲ ਵੀ ਹੋ ਸਕਦਾ ਹੈ, ਪੋਜ਼ਿਟਿਵ ਚਾਰਜ ਵੀ ਹੋ ਸਕਦਾ ਹੈ ਤੇ ਉਹਦੇ ਉੱਪਰ ਕੀ ਹੋ ਸਕਦਾ ਹੈ, ਨੈਗੇਟਿਵ ਚਾਰਜ ਵੀ ਹੋ ਸਕਦਾ ਹੈ। ਹੁਣ ਚਾਹੇ ਆਪਣੇ ਕੋਲ ਕੈਟਾਇਨ ਹੈ, ਚਾਹੇ ਆਪਣੇ ਕੋਲ ਕੀ ਹੈ, ਕੰਪਲੈਕਸ ਆਇਨ ਐਨਾਇਨ ਹੈ, ਠੀਕ ਹੈ, ਹਮੇਸ਼ਾ ਆਪਾਂ ਨੇ ਕੈਟਾਇਨ ਨੂੰ ਪਹਿਲਾਂ ਲਿਖਣਾ ਹੈ ਐਨਾਇਨ ਤੋਂ ਪਹਿਲਾਂ, ਠੀਕ ਹੈ, ਮਤਲਬ ਕੈਟਾਇਨ ਨੂੰ ਹਮੇਸ਼ਾ ਹੀ ਕੀ ਲਿਖਣਾ, ਪਹਿਲਾਂ ਲਿਖਣਾ ਹੈ, ਠੀਕ ਹੈ। ਹੁਣ ਜਿਵੇਂ ਕਿ ਆਪਾਂ ਆਇਨਿਕ ਕੰਪਾਊਂਡ ਦੇ ਵਿੱਚ ਆਪਾਂ ਕੈਟਾਇਨ ਪਹਿਲਾਂ ਲਿਖਦੇ ਹਾਂ ਤੇ ਐਨਾਇਨ ਬਾਅਦ ਚ ਲਿਖਦੇ ਹਾਂ, ਜਿਵੇਂ ਆਪਾਂ ਗੱਲ ਕਰਦੇ ਹਾਂ ਸੋਡੀਅਮ ਕਲੋਰਾਈਡ ਦੀ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਸੋਡੀਅਮ ਨੂੰ ਪਹਿਲਾਂ ਲਿਖਦੇ ਹਾਂ ਤੇ ਕਲੋਰਾਈਡ ਨੂੰ ਬਾਅਦ ਵਿੱਚ ਲਿਖਦੇ ਹਾਂ। ਸਿਮਿਲਰਲੀ ਕੋਆਰਡੀਨੇਸ਼ਨ ਕੰਪਲੈਕਸਿਸ ਦੇ ਵਿੱਚ ਜਿਹੜਾ ਕੈਟਾਇਨ ਹੈ ਉਹਨੂੰ ਪਹਿਲਾਂ ਲਿਖਣਾ ਤੇ ਐਨਾਇਨ ਨੂੰ ਬਾਅਦ ਵਿੱਚ ਲਿਖਣਾ, ਠੀਕ ਹੈ। ਹੁਣ ਕੰਪਲੈਕਸ ਆਇਨ ਨੂੰ ਨੇਮ ਕਰਨ ਦੇ, ਠੀਕ ਹੈ, ਉਹਦੇ ਨਾਮ ਲਿਖਣ ਦੇ ਕੀ ਤਰੀਕੇ ਨੇ, ਜਿਵੇਂ ਆਪਾਂ ਹੁਣੇ ਪੜ੍ਹਿਆ ਸੀਗਾ ਅਲਫਾਬੈਟਿਕਲ ਆਰਡਰ ਚ ਆਪਾਂ ਲੀਗੈਂਡ ਲਿਖਦੇ ਹਾਂ। ਸਿਮਿਲਰਲੀ ਜਿਹੜਾ ਲੀਗੈਂਡਸ ਨੇ ਉਹਨੂੰ ਆਪਾਂ ਕਿਵੇਂ ਲਿਖਣਾ, ਅਲਫਾਬੈਟਿਕਲ
ਆਰਡਰ ਦੇ ਵਿੱਚ ਕੀ ਕਰਨਾ ਹੈ, ਲਿਖਣਾ ਹੈ। ਮਤਲਬ ਸਭ ਤੋਂ ਪਹਿਲਾਂ ਅਗਰ ਆਪਾਂ ਨਾਮ ਲਿਖਣਾ ਹੈ ਤਾਂ ਲੀਗੈਂਡਸ ਦਾ ਨਾਮ ਲਿਖਣਾ ਹੈ, ਤੇ ਲੀਗੈਂਡਸ ਦੇ ਨਾਮ ਤੋਂ ਬਾਅਦ ਆਪਾਂ ਨੇ ਕੀ ਲਿਖਣਾ ਹੈ, ਮੈਟਲ ਐਟਮ ਦਾ ਜਾਂ ਮੈਟਲ ਆਇਨ ਦਾ ਨਾਮ ਲਿਖਣਾ ਹੈ। ਤਾਂ ਸਭ ਤੋਂ ਪਹਿਲਾਂ name the ligand first, then the metal atom or ion, ਠੀਕ ਹੈ। ਬਟ ਹੁਣੇ ਆਪਾਂ ਪੜਿਆ ਸੀਗਾ ਕਿ ਕੈਮੀਕਲ ਫਾਰਮੂਲੇ ਦੇ ਵਿੱਚ ਆਪਾਂ ਪਹਿਲਾਂ ਕੀ ਲਿਖਣਾ ਹੈ, ਮੈਟਲ ਆਇਨ ਐਟਮ ਨੂੰ ਲਿਖਣਾ ਹੈ ਜਾਂ ਆਇਨ ਨੂੰ ਲਿਖਣਾ ਹੈ, ਉਸ ਤੋਂ ਬਾਅਦ ਲੀਗੈਂਡ ਲਿਖਣੇ ਹੈ। ਬਟ ਜਦੋਂ ਆਪਾਂ ਨੇਮ ਕਰਨਾ ਉਹਦਾ ਰਿਵਰਸ ਹੋ ਜਾਊਗਾ, ਪਹਿਲਾਂ ਲੀਗੈਂਡ ਲਿਖਣੇ ਹੈ, ਠੀਕ ਹੈ, ਫਿਰ ਮੈਟਲ ਐਟਮ ਦਾ ਨਾਮ ਲਿਖਣਾ ਹੈ। ਕਲੀਅਰ ਹੈ। ਹੁਣ ਦੂਸਰਾ ਕੀ ਹੈ ਕਿ ਜਿਹੜੇ ਵੀ ਲੀਗੈਂਡਸ ਨੇ, ਠੀਕ ਹੈ, ਕੁਝ ਲੀਗੈਂਡਸ ਨੇ ਜਿਵੇਂ ਕਿ ਉਹਨਾਂ ਨੂੰ ਆਪਾਂ ਨੇ ਕਿਸ ਤਰ੍ਹਾਂ ਨੇਮ ਕਰਨਾ, ਜਿਵੇਂ ਕਿ ਅਗਰ ਐਨਾਇਨਿਕ ਲੀਗੈਂਡਸ ਨੇ, ਮਤਲਬ ਜਿਨ੍ਹਾਂ ਦੇ ਉੱਪਰ ਕੀ ਹੈ, ਨੈਗੇਟਿਵ ਚਾਰਜ ਹੈ, ਤਾਂ ਉਹ ਹਮੇਸ਼ਾ ਐਂਡ ਕਿੱਥੋਂ ਕਰਨੇ ਹੈ, O ਤੋਂ, ਮਤਲਬ ਉਹਨਾਂ ਦੇ ਪਿੱਛੇ ਕੀ ਆਊਗਾ, O ਆਊਗਾ, ਠੀਕ ਹੈ। ਜਿਵੇਂ ਹੁਣ ਕਲੋਰਾਈਡ ਹੈ, ਠੀਕ ਹੈ, ਕਲੋਰਾਈਡ ਨੂੰ ਆਪਾਂ ਕੀ ਲਿਖਾਂਗੇ, ਕਲੋਰਾਈਡੋ, ਠੀਕ ਹੈ। ਹੁਣ ਅਗਰ ਜਿਵੇਂ ਸਲਫੇਟ ਹੈ ਜਾਂ ਨਾਈਟ੍ਰੇਟ ਹੈ, ਹੁਣ ਸਲਫੇਟ ਨੂੰ ਆਪਾਂ ਕੀ ਲਿਖਾਂਗੇ, ਸਲਫੇਟੋ, ਨਾਈਟ੍ਰੇਟੋ, ਠੀਕ ਹੈ। ਮਤਲਬ ਉਹਨਾਂ ਦੇ ਪਿੱਛੇ ਆਪਾਂ ਨੇ ਕੀ ਲਗਾਉਣਾ ਹੈ, O ਵਰਡ ਲਗਾਉਣਾ ਹੈ। ਜਿਵੇਂ ਹੁਣ ਨਾਈਟ੍ਰਾਈਟ ਹੈ ਤਾਂ ਇਹਨੂੰ ਕੀ ਲਿਖਾਂਗੇ ਆਪਾਂ, ਨਾਈਟ੍ਰਾਈਟੋ, ਮਤਲਬ ਇਹਦੇ ਪਿੱਛੇ ਕੀ E ਹਟਾ ਕੇ ਆਪਾਂ ਇਹਦੇ ਨਾਲ ਕੀ ਲਗਾ ਦੇਣਾ ਹੈ, O ਵਰਡ ਲਗਾ ਦੇਣਾ ਹੈ, ਠੀਕ ਹੈ। ਮਤਲਬ ਜਿੰਨੇ ਵੀ ਨੈਗੇਟਿਵ ਲੀਗੈਂਡਸ ਨੇ ਉਹਨਾਂ ਦਾ ਐਂਡ ਆਪਾਂ ਨੇ ਕਿਵੇਂ ਲਿਖਣਾ ਹੈ, O ਦੇ ਨਾਲ ਐਂਡ ਕਰਨਾ ਹੈ, ਠੀਕ ਹੈ। ਨੈਕਸਟ ਅਗਰ ਨਿਊਟਰਲ ਲੀਗੈਂਡਸ ਨੇ, ਠੀਕ ਹੈ, ਜਿਹਦੇ ਉੱਪਰ ਕੋਈ ਵੀ ਚਾਰਜ ਨਹੀਂਗਾ, ਉਹਨਾਂ ਨੂੰ ਆਪਾਂ ਕੀ ਲਿਖਣਾ, ਐਸ ਸੱਚ ਲਿਖਣਾ ਹੈ। ਜਿਵੇਂ ਹੁਣ ਇਥਿਲੀਨ ਡਾਈਅਮੀਨ, ਇਹਨੂੰ ਹੋਰ ਆਪਾਂ ਨਾਮ ਕੀ ਬੋਲਦੇ ਹਾਂ, ਇਥੇਨ 1,2 ਡਾਈਅਮੀਨ, ਠੀਕ ਹੈ। ਹੁਣ ਇਸ ਨੂੰ ਆਪਾਂ ਕੀ ਲਿਖਣਾ, ਐਸ ਸੱਚ ਇਥਿਲੀਨ ਡਾਈਅਮੀਨ ਜਾਂ ਇਥੇਨ 1,2 ਡਾਈਅਮੀਨ ਲਿਖਣਾ। ਤੇ ਹੁਣ ਇਹਦੇ ਵਿੱਚ ਵੀ ਕੁਝ ਐਕਸੈਪਸ਼ਨਸ ਨੇ, ਜਿਵੇਂ ਕਿ ਵਾਟਰ ਹੈ, ਅਗਰ H2O ਹੈ, ਠੀਕ ਹੈ, ਵਾਟਰ ਨੂੰ ਆਪਾਂ ਵਾਟਰ ਨਹੀਂ ਲਿਖਾਂਗੇ, ਉਹਦੇ ਲਈ ਆਪਾਂ ਕੀ ਟਰਮ ਯੂਜ਼ ਕਰਦੇ ਹਾਂ, ਐਕਵਾ, ਠੀਕ ਹੈ। ਹੁਣ ਅਗਰ ਐਮੋਨੀਆ ਹੈ ਆਪਣੇ ਕੋਲ, that is NH3 ਹੈ, ਤਾਂ ਉਹਨੂੰ ਅਮੋਨੀਆ ਨਹੀਂ ਲਿਖਣਾ, ਆਪਾਂ ਕੀ ਲਿਖਦੇ, ਅਮੀਨ। ਹੁਣ ਇਸ ਦੇ ਵਿੱਚ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਜਿਹੜੀ ਅਮੀਨ ਹੈ, ਠੀਕ ਹੈ, ਆਪਾਂ ਵੈਸੇ ਉਹਦੀ ਨੇਮਿੰਗ ਕੀ ਕਰਦੇ ਹਾਂ, ਉਹਦੇ ਵਿੱਚ ਸਿੰਗਲ ਕੀ ਆਂਦਾ, M ਆਂਦਾ, ਆਪਾਂ ਐਵੇਂ ਲਿਖਦੇ ਹਾਂ ਅਮੀਨਸ ਨੂੰ, ਠੀਕ ਹੈ। ਬਟ ਅਗਰ NH3 ਹੈ, ਠੀਕ ਹੈ, ਆਪਾਂ ਉਹਨੂੰ ਕੀ ਲਿਖਣਾ, ਉਹਦੇ ਵਿੱਚ ਆਪਾਂ ਨੇ ਇੱਕ M ਦੀ ਜਗ੍ਹਾ ਕਿੰਨੇ ਪਾਣੇ ਆ, 2 M ਪਾਣੇ ਆ। ਕਲੀਅਰ ਹੈ। ਹੁਣ ਕਾਰਬਨ ਮੋਨੋਆਕਸਾਈਡ ਹੈ, ਜਿਵੇਂ ਕਿ CO ਹੈ, ਠੀਕ ਹੈ, ਉਸਨੂੰ ਆਪਾਂ ਨੇ ਕਿਵੇਂ ਲਿਖਣਾ ਹੈ, ਕਾਰਬੋਨਿਲ ਲਿਖਣਾ ਹੈ, ਉਹਨੂੰ ਹਮੇਸ਼ਾ ਹੀ ਨਾਮ ਉਹਦਾ ਕੀ ਲਿਖਣਾ ਹੈ, ਕਾਰਬੋਨਿਲ, ਠੀਕ ਹੈ। ਤੇ ਨਾਈਟ੍ਰੋਜਨ ਨੂੰ N2 ਨੂੰ ਕੀ ਲਿਖਣਾ ਹੈ, ਡਾਈ ਨਾਈਟ੍ਰੋਜਨ, O2 ਨੂੰ ਕੀ ਲਿਖਣਾ ਹੈ, ਡਾਈ ਆਕਸੀਜਨ। ਤਾਂ ਇਹ ਜਿਹੜੇ ਲੀਗੈਂਡਸ ਨੇ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਆਪਾਂ ਇਹਨਾਂ ਨੂੰ ਕਿਵੇਂ ਨਾਮ ਲਿਖਣਾ ਹੈ, ਠੀਕ ਹੈ। ਨੈਕਸਟ ਕੀ ਹੈ, ਹੁਣੇ ਕੁਛ ਲੀਗੈਂਡਸ ਦਿੱਤੇ ਹੋਏ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਜਿਵੇਂ Br ਨੈਗੇਟਿਵ ਹੈ, ਇਹਨੂੰ ਆਪਾਂ ਕੀ ਲਿਖਦੇ ਹਾਂ, ਬ੍ਰੋਮੋ, F ਨੈਗੇਟਿਵ ਨੂੰ ਫਲੋਰੋ, O2 ਨੈਗੇਟਿਵ ਨੂੰ ਆਕਜ਼ੋ, ਠੀਕ ਹੈ, OH ਨੈਗੇਟਿਵ ਨੂੰ ਹਾਈਡਰੋਕਸੋ, ਠੀਕ ਹੈ, Cn ਨੈਗੇਟਿਵ ਨੂੰ ਸਿਆਨੋ, ਠੀਕ ਹੈ, ਤੇ C2O42 ਨੈਗੇਟਿਵ ਆਕਜ਼ਲੇਟੋ, ਠੀਕ ਹੈ, ਇਹਨੂੰ ਕੀ ਹੈ, ਕਾਰਬੋਨੇਟੋ, H3COO ਨੈਗੇਟਿਵ ਐਸੀਟੇਟੋ। ਹੁਣ ਇਹ ਨਿਊਟਰਲ ਲੀਗੈਂਡਸ ਦੀ ਐਗਜ਼ਾਮਪਲ ਹੈ, ਇਹਨੂੰ ਕੀ ਲਿਖਣਾ ਹੈ, ਐਮੀਨ, ਠੀਕ ਹੈ, ਐਕਵਾ, NO ਨੂੰ ਨਾਈਟ੍ਰੋਸਿਲ, CO ਨੂੰ ਕਾਰਬੋਨਿਲ, O2 ਡਾਈਆਕਸੀਜਨ, N2 ਡਾਈ ਨਾਈਟ੍ਰੋਜਨ, C5H5N ਨੂੰ pyridine, ਠੀਕ ਹੈ, ਤੇ NH2CH2CH2NH ਨੂੰ ਇਥਿਲੀਨ ਡਾਈ ਅਮੀਨ, ਠੀਕ ਹੈ। ਇੱਕ ਚੀਜ਼ ਗੱਲ ਹੋਰ ਯਾਦ ਰੱਖਣੀ ਹੈ ਕਿ ਹੁਣ ਜਿਹੜੇ ਲੀਗੈਂਡਸ ਨੇ, ਠੀਕ ਹੈ, ਹੁਣ ਇਸ ਚ ਕੀ ਯਾਦ ਰੱਖਣਾ ਹੈ, ਜਿਵੇਂ ਕਿ ਹੁਣ ਆਪਾਂ ਪੜ੍ਹਿਆ ਹੈ ਕਿ Cl ਨੈਗੇਟਿਵ ਹੈ, ਠੀਕ ਹੈ, ਹੁਣ ਇਹਨੂੰ ਆਪਾਂ ਕੀ ਲਿਖਦੇ ਹਾਂ, ਕਲੋਰੋ, ਕੀ ਲਿਖਦੇ ਇਹਨੂੰ ਆਪਾਂ, ਕਲੋਰੋ, ਠੀਕ ਹੈ। ਬਟ ਹੁਣ ਰੀਸੈਂਟਲੀ ਇਹਨੂੰ ਕੀ ਲਿਖਿਆ ਜਾਂਦਾ, ਕਲੋਰਾਈਡੋ, ਠੀਕ ਹੈ। Br ਨੈਗੇਟਿਵ ਨੂੰ ਕੀ ਬੋਲਦੇ, ਬ੍ਰੋਮੀਡੋ, ਠੀਕ ਹੈ। ਜਿਵੇਂ F ਨੈਗੇਟਿਵ ਨੂੰ ਫਲੋਰੀਡੋ, ਠੀਕ ਹੈ, OH ਨੈਗੇਟਿਵ ਨੂੰ ਆਪਾਂ ਹੁਣ ਕੀ ਬੋਲਦੇ ਹਾਂ, ਹਾਈਡਰੋਕਸੀਡੋ, ਠੀਕ ਹੈ। ਹੁਣ ਆਪਾਂ ਕਲੋਰਾਈਡੋ ਆਹ ਵਾਲੇ ਟਰਮਸ ਯੂਜ਼ ਕਰਦੇ ਹਾਂ ਇੰਸਟੈਡ ਆਫ ਕਲੋਰੋ, ਬ੍ਰੋਮੋ, ਫਲੋਰੋ ਐਕਸੈਟਰਾ, ਠੀਕ ਹੈ। ਤੇ ਜਿਵੇਂ ਸਾਇਨਾਈਡ ਹੈ, Cn ਨੈਗੇਟਿਵ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਸਾਇਨਾਈਡੋ, ਠੀਕ ਹੈ। ਬਟ ਉਹਦਾ ਮੋਸਟ ਕਾਮਨ ਨਾਮ ਕੀ ਹੈ, ਸਿਆਨੋ। ਤਾਂ ਹੁਣ ਇਹ ਕੀ ਨੈਗੇਟਿਵ ਲੀਗੈਂਡਸ ਸੀਗੇ ਜਿਹੜੇ ਐਂਡ ਕੀ ਕਰਦੇ ਆ, O ਤੇ ਨਾਲ। ਤੇ ਹੁਣ ਕੀ ਹੈ, ਅਗਰ ਕਿ ਮਤਲਬ ਕਿ ਕੁਛ ਕੀ ਹੈ, ਲੀਗੈਂਡਸ ਹੈ, ਠੀਕ ਹੈ, ਜਿਵੇਂ ਕਿ ਇੱਕ ਤੋਂ ਜ਼ਿਆਦਾ ਹੈ, ਠੀਕ ਹੈ, ਜਿਵੇਂ ਕਿ Cl2 ਹੈ, ਤਾਂ ਉਹਨਾਂ ਦੇ ਨਾਲ ਆਪਾਂ ਨੇ ਕੀ ਟਰਮ ਯੂਜ਼ ਕਰਨੀਆਂ ਨੇ, ਗ੍ਰੀਕ ਲੈਟਰਸ ਯੂਜ਼ ਕਰਨੇ ਨੇ, ਡਾਈ, ਟਰਾਈ, ਟੈਟਰਾ ਐਕਸੈਟਰਾ। ਮਤਲਬ ਅਗਰ 2 ਨੇ ਤਾਂ ਡਾਈ, 3 ਨੇ ਤਾਂ ਟਰਾਈ,
ठीक है, ਤੇ 4 ਹੈ ਤਾਂ ਟੈਟਰਾ, 5 ਹੈ ਤਾਂ ਪੈਂਟਾ। ਮਤਲਬ ਕਿ ਆਪਾਂ ਨੇ ਉਹਦੇ ਦੇ ਨੰਬਰ ਇੰਡੀਕੇਟ ਕਰਨ ਲਈ ਕੀ ਯੂਜ਼ ਕਰਨਾ ਹੈ, ਗ੍ਰੀਕ ਵਰਡਸ ਯੂਜ਼ ਕਰਨੇ ਨੇ। ਠੀਕ ਹੈ, ਨੈਕਸਟ ਕੀ ਹੈ, ਇੱਕ ਕਿ ਅਗਰ ਸਪੋਜ਼ ਕੋਈ ਲੀਗੈਂਡ ਹੈ ਉਹਦੇ ਵਿੱਚ ਪਹਿਲਾਂ ਹੀ ਗ੍ਰੀਕ ਵਰਡਸ ਆ ਰਹੇ ਨੇ, ਜਿਵੇਂ ਕਿ ਇਥਿਲੀਨ ਡਾਈਅਮੀਨ। ਠੀਕ ਹੈ, ਤਾਂ ਜਾਂ ਉਹ ਕੀ ਹੈ, ਪੋਲੀਡੈਂਡੈਂਟ ਲੀਗੈਂਡ ਹੈ। ਪੋਲੀਡੈਂਡੈਂਟ ਲੀਗੈਂਡ ਮਤਲਬ ਕਿ ਇੱਕ ਤੋਂ ਜ਼ਿਆਦਾ ਬਾਈਂਡਿੰਗ ਸਾਈਟ ਹੈ ਉਹਦੇ ਵਿੱਚ, ਤਾਂ ਉਹਦੇ ਵਿੱਚ ਇੰਸਟੈਡ ਆਫ ਯੂਜ਼ਿੰਗ ਡਾਈ ਟਰਾਈ ਟੈਟਰਾ, ਠੀਕ ਹੈ, ਆਪਾਂ ਕੀ ਯੂਜ਼ ਕਰਨਾ, ਆਪਾਂ ਨੇ ਕੀ ਯੂਜ਼ ਕਰਨਾ, ਬਿਸ, ਟ੍ਰਿਸ, ਟੈਟਰਾਕੇਸ, ਪੈਂਟਾਕਿਕਸ ਐਕਸੈਟਰਾ। ਠੀਕ ਹੈ, ਮਤਲਬ ਅਗਰ 2 ਨੇ ਤਾਂ ਬਿਸ ਯੂਜ਼ ਕਰਾਂਗੇ, 3 ਨੇ ਤਾਂ ਟ੍ਰਿਸ ਯੂਜ਼ ਕਰਾਂਗੇ। ठीक है, अगर 3 है तो आप की यूज करांगे, ट्रिस करांगे। 4 है तो टेट्राकेस, 5 है तो पेंटाकेस, 6 है तो हेक्साकेस, 7 है तो हेप्टा। ठीक है, 8 है तो ऑक्टा, 9 है तो इनिया। ठीक है, तो 10 है तो डेका, 11 है तो अनडेका, 12 है तो डोडिका। ठीक है, तो मतलब अगर पॉलीडेंडेंट लीगेंड है या ऐसे लीगेंड जिन्हां दे विच पहले ही डाई ट्राई वगैरह आ रहे हैं, तो उन्हां लई आपां की यूज करना है, बिस, ट्रिस, टेट्राकिस, ए वाले वर्ड्स यूज करते हैं। ठीक है, ਨੈਕਸਟ ਕੀ ਹੈ, ਲੀਗੈਂਡਸ ਨੂੰ ਨੇਮ ਕਰਨ ਤੋਂ ਬਾਅਦ, ਹੁਣ ਲੀਗੈਂਡ ਦੀ ਆਪਾਂ ਨੇਮਿੰਗ ਕਰਤੀ, ਠੀਕ ਹੈ, ਅਲਫਾਬੈਟਿਕਲੀ ਆਰਡਰ, ਠੀਕ ਹੈ, ਉਹਨਾਂ ਨੂੰ ਨਾਮ ਦੇਤਾ ਅਕੋਰਡਿੰਗਲੀ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਨਾ, ਨੇਮ ਕਰਨਾ ਸੈਂਟਰਲ ਮੈਟਲ ਐਟਮ ਨੂੰ। ਹੁਣ ਸੈਂਟਰਲ ਮੈਟਲ ਐਟਮ ਨੂੰ ਕਿਸ ਤਰ੍ਹਾਂ ਕਰਨਾ ਹੈ, ਹੁਣ ਇਹ ਵੀ ਆਪਾਂ ਕਿਸ ਤੋਂ ਡਿਪੈਂਡ ਕਰਾਂਗੇ, ਜਿਹੜਾ ਸਕੁਅਰ ਬ੍ਰੈਕਟ ਹੈ ਦੈਟ ਇਜ਼ ਦਾ ਕੰਪਲੈਕਸ ਹੈ, ਕੰਪਲੈਕਸ ਆਇਨ ਹੈ। ਹੁਣ ਇਹਦੇ ਉੱਪਰ ਨੈਗੇਟਿਵ ਚਾਰਜ ਹੈ ਜਾਂ ਪੋਜ਼ਿਟਿਵ ਚਾਰਜ ਹੈ ਜਾਂ ਉਹ ਨਿਊਟਰਲ ਹੈ, ਉਸਦੇ ਅਕੋਰਡਿੰਗ ਆਪਾਂ ਨੇ ਜਿਹੜੇ ਸੈਂਟਰਲ ਮੈਟਲ ਹੈ ਉਸਨੂੰ ਨੇਮਿੰਗ ਕਰਨੀ ਹੈ। ਹੁਣ ਅਗਰ ਤਾਂ ਸਪੋਜ਼ ਜਿਹੜਾ ਕੰਪਲੈਕਸ ਆਇਨ ਹੈ ਉਹ ਕੀ ਹੈ, ਕਟਾਇਨ ਹੈ, ਮਤਲਬ ਉਹਦੇ ਉੱਪਰ ਚਾਰਜ ਕਿੰਨਾ ਹੈ, ਪੋਜ਼ਿਟਿਵ ਹੈ। ਕਟਾਇਨ ਮਤਲਬ ਪੋਜ਼ਿਟਿਵ ਚਾਰਜ, ਤਾਂ ਜਿਹੜਾ ਮੈਟਲ ਐਟਮ ਹੈ ਉਸਨੂੰ ਨੇਮ ਕੀ ਕਰਨਾ, ਐਸ ਸੱਚ ਕੀ ਕਰਨਾ, ਉਹਦੀ ਨੇਮਿੰਗ ਕਰਨੀ ਹੈ। ਜਿਵੇਂ ਸਪੋਜ਼ ਐਗਜ਼ਾਮਪਲ, ਠੀਕ ਹੈ, ਹੁਣ ਅਗਰ ਕੋਬਾਲਟ ਇਨ ਹੈ ਕੰਪਲੈਕਸ ਕਟਾਇਨ, ਠੀਕ ਹੈ, ਤਾਂ ਅਗਰ ਉਹਦਾ ਕੀ ਹੈ, ਕਟਾਇਨ ਹੈ ਕੰਪਲੈਕਸ, ਤੇ ਸੈਂਟਰਲ ਮੈਟਲ ਆਇਨ ਕੀ ਹੈ, ਉਹਦਾ CO ਹੈ, ਦੈਟ ਇਜ਼ ਕੋਬਾਲਟ ਹੈ। ਤਾਂ ਕੋਬਾਲਟ ਨੂੰ ਆਪਾਂ ਐਸ ਸੱਚ ਕੀ ਲਿਖਾਂਗੇ, ਕੋਬਾਲਟ ਹੀ ਲਿਖਾਂਗੇ। ਠੀਕ ਹੈ, ਹੁਣ ਪਲੈਟੀਨਮ ਹੈ ਅਗਰ, ਠੀਕ ਹੈ, ਪਲੈਟੀਨਮ ਦਾ ਕੋਈ ਕੰਪਲੈਕਸ ਹੈ ਤਾਂ ਉਹ ਵੀ ਕੀ ਹੈ, ਪੋਜ਼ਿਟਿਵ, ਜਿਸ ਕੰਪਲੈਕਸ ਆਇਨ ਕੀ ਪੋਜ਼ਿਟਿਵ ਹੈ, ਤਾਂ ਉਹਨੂੰ ਪਲੈਟੀਨਮ ਨੂੰ ਆਪਾਂ ਕੀ ਲਿਖਾਂਗੇ, ਐਸ ਸੱਚ, ਦੈਟ ਇਜ਼ ਉਹਦਾ ਨਾਮ ਕੀ ਲਿਖਾਂਗੇ, ਪਲੈਟੀਨਮ ਹੀ ਲਿਖਾਂਗੇ। ਨੈਕਸਟ ਗੱਲ ਕੀ ਹੈ ਆਪਣੀ ਉਰੇ, ਕਿ ਅਗਰ ਕੰਪਲੈਕਸ ਆਇਨ ਕੀ ਹੈ, ਅਨਾਇਨ ਹੈ। ਅਨਾਇਨ ਮਤਲਬ ਕੰਪਲੈਕਸ ਆਇਨ ਦੇ ਬਾਹਰ ਕੀ ਹੈ, ਨੈਗੇਟਿਵ ਚਾਰਜ ਆ ਉਰੇ। ਠੀਕ ਹੈ, ਤਾਂ ਉਸਨੂੰ ਮੈਟਲ ਆਇਨ ਨੂੰ ਆਪਾਂ ਐਂਡ ਕਿਵੇਂ ਕਰਨਾ, ਉਹਦਾ ਨਾਮ 8, ਪਿੱਛੇ ਕੀ ਲਗਾ ਦੇਣਾ, 8 ਲਗਾ ਦੇਣਾ। ਜਿਵੇਂ ਹੁਣ ਉੱਪਰ ਪੜਿਆ ਸੀ, ਕੋਬਾਲਟ ਨੂੰ ਅਗਰ ਪੋਜ਼ਿਟਿਵ ਹੈ, ਠੀਕ ਹੈ, ਕੰਪਲੈਕਸ ਆਇਨ, ਤਾਂ ਉਹਨੂੰ ਕੋਬਾਲਟ ਲਿਖ ਰਹੇ ਆ। ਤਾਂ ਹੁਣ ਅਗਰ ਨੈਗੇਟਿਵ ਕੰਪਲੈਕਸ ਆਇਨ ਹੈ ਤਾਂ ਕੋਬਾਲਟ ਨੂੰ ਆਪਾਂ ਕੀ ਲਿਖਾਂਗੇ, ਕੋਬਾਲਟ 8। ਪਲੈਟੀਨਮ ਨੂੰ ਆਪਾਂ ਕੀ ਲਿਖਾਂਗੇ, ਪਲੈਟੀਨੇਟ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਕੁਝ ਐਸੇ ਮੈਟਲਸ ਨੇ ਜਿਨ੍ਹਾਂ ਨੂੰ ਆਪਾਂ ਸਪੈਸ਼ਲ ਨਾਮ ਦਿੱਤੇ ਹੋਏ ਨੇ। ਠੀਕ ਹੈ, ਜਿਵੇਂ ਹੁਣ ਅਗਰ ਆਇਰਨ ਹੈ ਤੇ ਕੀ ਹੈ, ਐਨਾਇਨਿਕ ਕੰਪਲੈਕਸਿਸ ਨੇ, ਤਾਂ ਆਇਰਨ ਨੂੰ ਆਪਾਂ ਕੀ ਲਿਖਾਂਗੇ, ਫੈਰੇਟ। ਅਗਰ ਕਾਪਰ ਹੈ ਤਾਂ ਉਹਨੂੰ ਕੀ ਲਿਖਾਂਗੇ, ਕਿਊਪਰੇਟ। ਅਗਰ ਲੈਡ ਹੈ ਤਾਂ ਉਹਨੂੰ ਕੀ ਲਿਖਾਂਗੇ, ਪਲੰਬੇਟ। ਅਗਰ ਸਿਲਵਰ ਹੈ ਤਾਂ ਉਹਨੂੰ ਕੀ ਲਿਖਾਂਗੇ, ਆਰਜੀਨੇਟ। ਅਗਰ 골ਡ ਹੈ ਤਾਂ ਉਹਨੂੰ ਕੀ ਲਿਖਾਂਗੇ, ਓਰੇਟ। ਅਗਰ ਟਿਨ ਹੈ ਤਾਂ ਉਹਨੂੰ ਕੀ ਲਿਖਾਂਗੇ, ਸਟੈਂਡਰਡ। ਹੁਣ 8 ਵਰਡ ਆਪਾਂ ਕਦੋਂ ਲਗਾਉਣਾ ਹੈ, ਜਦੋਂ ਕਿ ਕੰਪਲੈਕਸ ਆਇਨ ਦੇ ਉੱਪਰ ਕੀ ਹੋਊਗਾ, ਨੈਗੇਟਿਵ ਚਾਰਜ ਹੋਊਗਾ। ਕਲੀਅਰ ਹੈ, ਅਗਰ ਪੋਜ਼ਿਟਿਵ ਹੈ ਜਾਂ ਨਿਊਟਰਲ ਹੈ, ਠੀਕ ਹੈ, ਕੰਪਲੈਕਸ ਆਇਨ, ਤਾਂ ਆਪਾਂ ਨੇ ਜਿਹੜਾ ਸੈਂਟਰਲ ਮੈਟਲ ਆਇਨ ਹੈ ਉਹਨੂੰ ਕੀ ਲਿਖਣਾ ਹੈ, ਐਸ ਸੱਚ ਐਲੀਮੈਂਟ ਦਾ ਨਾਮ ਲਿਖ ਦੇਣਾ। ਅਗਰ ਆਇਰਨ ਹੈ ਤਾਂ ਆਇਰਨ, ਕੋਬਾਲਟ ਹੈ ਤਾਂ ਕੋਬਾਲਟ, ਨਿਕਲ ਹੈ ਤਾਂ ਨਿਕਲ। ਠੀਕ ਹੈ, ਲੇਕਿਨ ਅਗਰ ਕੰਪਲੈਕਸ ਆਇਨ ਦੇ ਉੱਪਰ ਕੀ ਹੈ, ਨੈਗੇਟਿਵ ਚਾਰਜ ਹੈ, ਠੀਕ ਹੈ, ਤਾਂ ਉਹਦੇ ਵਿੱਚ ਆਪਾਂ ਨੇ ਮੈਟਲ ਆਇਨ ਦੇ ਪਿੱਛੇ ਵਰਡ ਕੀ ਲਗਾਉਣਾ, 8 ਵਰਡ ਲਗਾਉਣਾ। ਠੀਕ ਹੈ, ਤਾਂ ਇਹ ਕੀ ਸੀ, ਮੈਟਲ ਆਇਨ ਨੂੰ ਨੇਮਿੰਗ ਕਰਨ ਦਾ ਮੈਥਡ ਸੀਗਾ। ਕੀ ਆਪਾਂ ਲੀਗੈਂਡ ਦਾ ਨਾਮ ਵੀ ਕਰਤਾ, ਮੈਟਲ ਦਾ ਨਾਮ ਵੀ ਲਿਖਤਾ। ਹੁਣ ਨੈਕਸਟ ਆਪਾਂ ਨੇ ਕੀ ਦੇਣੀ ਹੈ, ਮੈਟਲ ਐਟਮ ਦੀ ਆਕਸੀਡੇਸ਼ਨ ਸਟੇਟ ਲਿਖਣੀ ਹੈ। ਹੁਣ ਮੈਟਲ ਐਟਮ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ, ਮਤਲਬ ਉਹਦੀ, ਠੀਕ ਹੈ, 2 ਆਕਸੀਡੇਸ਼ਨ ਸਟੇਟ ਹੈ, 1 ਹੈ, 3 ਹੈ, 4 ਹੈ, ਡਿਪੈਂਡ ਕਰਦਾ ਕਿੰਨੀ ਹੈ। ਠੀਕ ਹੈ, ਉਹਨੂੰ ਹਮੇਸ਼ਾ ਕਿਵੇਂ ਲਿਖਣਾ, ਰੋਮਨ ਨਿਊਮਰਲ ਦੇ ਵਿੱਚ ਲਿਖਣਾ। ਠੀਕ ਹੈ, ਰੋਮਨ ਵਰਡ ਦੇ ਵਿੱਚ ਲਿਖਣਾ ਹੈ, ਤੇ ਰੋਮਨ ਨਿਊਮਰਲ ਆ ਉਹਨੂੰ ਕਿਸ ਦੇ ਵਿੱਚ ਲਿਖਣਾ, ਬ੍ਰੈਕਟ ਦੇ ਵਿੱਚ ਲਿਖਣਾ। ਹੁਣ ਇਹ ਕੀ ਸੀਗਾ, ਆਕਸੀਡੇਸ਼ਨ ਸਟੇਟ ਲਿਖਣੀ। ਹੁਣ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅਗਰ ਨਿਊਟਰਲ ਕੰਪਲੈਕਸ ਮੋਲੀਕਿਊਲ ਹੈ ਤਾਂ ਉਹਦੀ ਨੇਮਿੰਗ ਉਸੇ ਤਰ੍ਹਾਂ ਕਰਨੀ ਹੈ ਜਿਵੇਂ ਆਪਾਂ ਕਿਹਦੀ ਕਰਦੀ ਹੈ, ਪੋਜ਼ਿਟਿਵ ਕਟਾਇਨ ਦੀ ਕਰਦੇ। ਠੀਕ ਹੈ, ਔਰ ਇੱਕ ਚੀਜ਼ ਹੁਣੇ ਤੁਹਾਨੂੰ ਸਟਾਰਟਿੰਗ 'ਚ ਵੀ ਦੱਸਿਆ ਸੀ, ਹਮੇਸ਼ਾ ਹੀ ਕਟਾਇਨ ਨੂੰ ਪਹਿਲਾਂ ਲਿਖਣਾ ਹੈ ਬਿਫੋਰ ਦੀ ਐਨਾਇਨ। ਠੀਕ ਹੈ, ਹੁਣ ਇਹ ਸੀਗੇ ਰੂਲਸ ਫॉर ਨੇਮਿੰਗ ਦੀ
ਕੋਆਰਡੀਨੇਸ਼ਨ ਕੰਪਲੈਕਸਿਸ। ਹੁਣ ਕੁਝ ਕੰਪਲੈਕਸਿਸ ਕੋਆਰਡੀਨੇਸ਼ਨ ਕੰਪਲੈਕਸਿਸ ਹੈ, ਉਹਨਾਂ ਨੂੰ ਆਪਾਂ ਕੀ ਲਿਖਦੇ ਆ, ਉਹਨਾਂ ਦੇ ਕਾਮਨ ਨੇਮ ਦੇ ਨਾਲ ਹੀ ਲਿਖਦੇ ਆ। ਜਿਵੇਂ ਕਿ ਹੁਣ ਅਗਰ ਆਪਣੇ ਕੋਲ ਸਪੋਜ਼ ਆ ਕੰਪਲੈਕਸ ਹੈ FeCN6 3 ਨੈਗੇਟਿਵ ਜਾਂ FeCN6 4 ਨੈਗੇਟਿਵ। ਹੁਣ ਅਗਰ ਆਇਰਨ ਦੀ ਇਸ ਦੇ ਵਿੱਚ ਆਕਸੀਡੇਸ਼ਨ ਸਟੇਟ ਕਿੰਨੀ ਹੈ, ਕਿੰਨੀ ਹੈ 3 ਹੈ, ਠੀਕ ਹੈ, ਤਾਂ ਉਹਨੂੰ ਆਪਾਂ ਕੀ ਲਿਖਣਾ ਫੈਰੀਸਾਈਨਾਈਡ, ਠੀਕ ਹੈ। ਅਗਰ ਆਇਰਨ ਦੀ ਇਸ ਕੰਪਲੈਕਸ ਆਕਸੀਡੇਸ਼ਨ ਸਟੇਟ ਕਿੰਨੀ ਹੈ 2, ਇਹਨੂੰ ਆਪਾਂ ਕੀ ਲਿਖਣਾ ਫੈਰੋਸਾਈਨਾਈਡ। ਮਤਲਬ ਇਹਦਾ ਕਾਮਨ ਨੇਮ ਕੀ ਹੈ, ਅਗਰ ਆ ਕੰਪਲੈਕਸ ਹੈ ਤਾਂ ਇਹਨੂੰ ਕੀ ਲਿਖਾਂਗੇ ਫੈਰੀਸਾਈਨਾਈਡ। ਅਗਰ ਆ ਹੈ ਜਿਹਦੇ ਵਿੱਚ ਆਇਰਨ ਦੀ ਆਕਸੀਡੇਸ਼ਨ ਸਟੇਟ 2 ਹੈ ਤਾਂ ਉਹਨੂੰ ਕੀ ਲਿਖਣਾ ਫੈਰੋਸਾਈਨਾਈਡ। ਮਤਲਬ ਉਹਨਾਂ ਦੇ ਕਾਮਨ ਨੇਮ ਦੇ ਨਾਲ ਹੀ ਲਿਖਣਾ, ਠੀਕ ਹੈ। ਹੁਣ ਜਿਵੇਂ ਕਾਰਬੋਨਿਲ ਹੈ, ਆ ਵਾਲਾ CO ਹੈ, ਠੀਕ ਹੈ, ਇਹਨੂੰ ਆਪਾਂ ਹਮੇਸ਼ਾ ਕੀ ਲਿਖਦੇ ਆਇਰਨ ਕਾਰਬੋਨਿਲ। ਹੁਣ ਆਪਾਂ ਇਹਨੂੰ ਐਂ ਵੀ ਲਿਖ ਸਕਦੇ ਸੀਗੇ ਪੈਂਟਾ ਕਾਰਬੋਨਿਲ ਆਇਰਨ, ਠੀਕ ਹੈ, ਤਾਂ 0 ਆਇਰਨ ਦੀ ਇਸ ਆਕਸੀਡੇਸ਼ਨ ਸਟੇਟ ਕਿੰਨੀ ਹੈ 0, ਬਟ ਹੁਣ ਆਪਾਂ ਇਹਨੂੰ ਕਾਮਨ ਨੇਮ ਇਹਦਾ ਕੀ ਆਇਰਨ ਕਾਰਬੋਨੇਟ, ਤਾਂ ਆਪਾਂ ਕਾਮਨ ਨੇਮ ਦੇ ਨਾਲ ਹੀ ਇਹਨੂੰ ਲਿਖਦੇ ਹਾਂ ਕੁਝ ਕੰਪਲੈਕਸਿਸ ਨੂੰ, ਕੋਆਰਡੀਨੇਸ਼ਨ ਕੰਪਲੈਕਸਿਸ ਨੂੰ। ਨੈਕਸਟ ਕੁਝ ਐਗਜ਼ਾਮਪਲਸ ਨੇ, ਠੀਕ ਹੈ। ਐਗਜ਼ਾਮਪਲਸ ਕਰਨ ਤੋਂ ਪਹਿਲਾਂ ਇੱਕ ਚੀਜ਼ ਰਹਿ ਗਈ ਆਪਣੀ ਕਿ ਹੁਣ ਆਪਾਂ ਨੇ ਪੜ੍ਹ ਲਿਆ ਕਿ ਜਿਹੜੇ ਨਿਊਟਰਲ ਲੀਗੈਂਡਸ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਐਸ ਸੱਚ ਲਿਖਦੇ ਹਾਂ, ਤੇ ਅਗਰ ਨੈਗੇਟਿਵ ਲੀਗੈਂਡਸ ਆ ਉਹਨਾਂ ਦੇ ਪਿੱਛੇ ਆਪਾਂ O ਦੇ ਨਾਲ ਐਂਡ ਕਰਨਾ ਹੈ। ਹੁਣ ਕੁਝ ਜਿਹੜੇ ਪੋਜ਼ਿਟਿਵ ਲੀਗੈਂਡਸ ਨੇ, ਠੀਕ ਹੈ, ਪੋਜ਼ਿਟਿਵ ਲੀਗੈਂਡਸ ਵੈਸੇ ਰੇਅਰ ਹੀ ਹੁੰਦੇ ਆ, ਜਿਵੇਂ ਐਗਜ਼ਾਮਪਲ ਹੈ NO2 ਪੋਜ਼ਿਟਿਵ, ਸੌਰੀ 2 ਪੋਜ਼ਿਟਿਵ ਨਹੀਂ NO ਪੋਜ਼ਿਟਿਵ, ਠੀਕ ਹੈ। ਤਾਂ ਇਹਨੂੰ ਆਪਾਂ ਜਿਹੜੇ ਪੋਜ਼ਿਟਿਵ ਲੀਗੈਂਡਸ ਨੇ ਉਹਨਾਂ ਦੇ ਪਿੱਛੇ ਆਪਾਂ ਕੀ ਲਗਾਉਂਦੇ ਆ EM, ਮਤਲਬ ਉਹਨਾਂ ਦੀ ਐਂਡਿੰਗ ਕਿਹਦੇ ਨਾਲ ਕਰਨੀ ਆਪਾਂ ਨੇ EM ਦੇ ਨਾਲ ਕਰਨੀ ਹੈ, ਠੀਕ ਹੈ। ਜਿਵੇਂ NO+ ਹੈ, ਇਹਦਾ ਨਾਮ ਕੀ ਹੋਊਗਾ ਨਾਈਟ੍ਰੋਸੋਨੀਅਮ, ਨਾਈਟ੍ਰੋਸੋਨੀਅਮ। ਮਤਲਬ ਜਿਹੜੇ ਪੋਜ਼ਿਟਿਵ ਲੀਗੈਂਡਸ ਹੈ ਉਹਨਾਂ ਦੀ ਐਂਡਿੰਗ ਆਪਾਂ ਕਿਹਦੇ ਨਾਲ ਕਰਨੀ ਹੈ EM ਦੇ ਨਾਲ ਕਰਨੀ ਹੈ। ਜਿਵੇਂ ਹਾਈਡਰਾਜ਼ੀਨੀਅਮ, ਠੀਕ ਹੈ, C2H4, ਠੀਕ ਹੈ, ਪੋਜ਼ਿਟਿਵ, ਉਹਨੂੰ ਆਪਾਂ ਕੀ ਲਿਖਾਂਗੇ ਹਾਈਡਰਾਜ਼ੀਨੀਅਮ, ਠੀਕ ਹੈ। ਮਤਲਬ ਪੋਜ਼ਿਟਿਵ ਲੀਗੈਂਡਸ ਦੀ ਐਂਡਿੰਗ ਕਿਹਦੇ ਨਾਲ ਕਰਨੀ ਹੈ EM ਦੇ ਨਾਲ ਕਰਨੀ ਹੈ। ਤਾਂ ਹੁਣ ਇਹ ਸਾਰੇ ਰੂਲਸ ਹੀ ਹੁਣੇ ਕੁਝ ਕੀ ਹੈ ਐਗਜ਼ਾਮਪਲਸ ਨੇ। ਜਿਵੇਂ ਹੁਣ ਆ ਐਗਜ਼ਾਮਪਲ ਦੇਖੋ, ਹੁਣ ਫਸਟ ਐਗਜ਼ਾਮਪਲ ਹੈ CrNS3 3H2O। ਹੁਣ N ਤੇ H, ਹੁਣ ਅਲਫਾਬੈਟਿਕਲ ਆਰਡਰ ਦੇ ਵਿੱਚ ਕੀ ਆਂਦਾ, ਨਾਈਟ੍ਰੋਜਨ ਪਹਿਲਾਂ ਆਂਦਾ, ਠੀਕ ਹੈ, ਸੌਰੀ ਅਮੀਨ, ਹੁਣ ਆਪਾਂ ਕੀ ਲਿਖਣਾ, ਠੀਕ ਹੈ। ਤਾਂ ਇਹਦੇ ਵਿੱਚ ਇਹਦਾ ਨਾਮ ਕੀ ਹੋ ਗਿਆ ਟਰਾਈ ਅਮੀਨ ਟਰਾਈ ਐਕਵਾ। ਹੁਣ ਕ੍ਰੋਮੀਅਮ ਦੀ ਇੱਥੇ ਆਕਸੀਡੇਸ਼ਨ ਸਟੇਟ ਕਿੰਨੀ ਹੈ ਕ੍ਰੋਮੀਅਮ 3 ਕਲੋਰਾਈਡ, ਠੀਕ ਹੈ। ਹੁਣ ਇਹਦੀ ਆਕਸੀਡੇਸ਼ਨ ਸਟੇਟ Cl3 ਕੀ ਹੈ ਨੈਗੇਟਿਵ ਹੁੰਦਾ, Cl ਦੇ ਉੱਪਰ ਇੱਕ ਚਾਰਜ ਹੈ, ਮਤਲਬ ਇੱਥੇ ਕੰਪਲੈਕਸ ਆਇਨ ਦੇ ਉੱਪਰ ਕਿੰਨਾ ਚਾਰਜ ਹੋਊਗਾ ਪੋਜ਼ਿਟਿਵ ਚਾਰਜ ਹੋਏਗਾ। ਇਸ ਕਰਕੇ ਇਹਦੇ ਕ੍ਰੋਮੀਅਮ ਨੂੰ ਆਪਾਂ ਐਸ ਸੱਚ ਲਿਖਿਆ ਕਿਉਂਕਿ ਇਹ ਕਿਹਦੀ ਐਗਜ਼ਾਮਪਲ ਹੈ ਪੋਜ਼ਿਟਿਵ ਲੀਗੈਂਡ ਦੀ ਐਗਜ਼ਾਮਪਲ ਹੈ। ਤਾਂ ਪੋਜ਼ਿਟਿਵ ਲੀਗੈਂਡ ਦੇ ਵਿੱਚ ਮੈਟਲ ਆਇਨ ਨੂੰ ਆਪਾਂ ਕੀ ਲਿਖਣਾ ਐਸ ਸੱਚ ਲਿਖਣਾ ਉਹਦਾ ਨਾਮ, ਇਸ ਕਰਕੇ ਆਪਾਂ ਇਹਨੂੰ ਕੀ ਲਿਖਿਆ ਕ੍ਰੋਮੀਅਮ 3 ਕਲੋਰਾਈਡ ਲਿਖਿਆ। ਇਸ ਚ ਦੇਖੋ ਕਿ ਹੁਣ ਆਪਾਂ ਕਹਿ ਸਕਦੇ ਕਿ N ਨੂੰ ਆਪਾਂ ਪਹਿਲਾਂ ਕਿਉਂ ਲਿਖਿਆ ਇਹਨੂੰ, ਹੁਣ ਇਹਦਾ ਆਪਾਂ ਨਾਮ ਦੇਖਣਾ ਅਮੀਨ। ਹੁਣ ਇਹਨੂੰ ਵਾਟਰ ਨੂੰ ਕੀ ਬੋਲਦੇ ਐਕਵਾ। ਹੁਣ ਇਹਦੇ ਵਿੱਚ ਦੇਖੋ ਇਹਦੇ ਵਿੱਚ ਵੀ A ਆ ਰਿਹਾ ਇਹਦੇ ਵਿੱਚ ਵੀ A ਆ ਰਿਹਾ, ਤਾਂ ਸੈਕਿੰਡ ਆਪਾਂ ਕੀ ਲਿਖਣਾ M ਵਰਡ ਦੇਖਣਾ। ਹੁਣ M ਪਹਿਲਾਂ ਆਂਦਾ ਇਸ ਕਰਕੇ ਅਮੋਨੀਆ ਨੂੰ ਆਪਾਂ ਪਹਿਲਾਂ ਲਿਖਣਾ ਵਾਟਰ ਨੂੰ ਬਾਅਦ ਵਿੱਚ ਲਿਖਣਾ, ਠੀਕ ਹੈ। ਸੈਕਿੰਡ ਐਗਜ਼ਾਮਪਲ ਦੇਖੋ ਜਿਵੇਂ ਆ PTNS3 5Cl, ਠੀਕ ਹੈ, Br3। ਹੁਣ ਇਹ ਵੀ ਕਿਹਦੀ ਪੋਜ਼ਿਟਿਵ ਲੀਗੈਂਡ ਦੀ ਐਗਜ਼ਾਮਪਲ ਹੈ, ਠੀਕ ਹੈ। ਹੁਣ ਇਹਦੇ ਵਿੱਚ ਇਹਦਾ ਨਾਮ ਕੀ ਹੋਊਗਾ ਪੈਂਟਾ ਅਮੀਨ। ਹੁਣ ਇਹਦੇ ਵਿੱਚ ਕੀ Cl ਹੈ, ਇੱਥੇ ਆਪਾਂ ਕਲੋਰਾਈਡੋ ਵੀ ਲਿਖ ਸਕਦੇ ਹਾਂ ਕਲੋਰੋ ਵੀ ਲਿਖ ਸਕਦੇ ਹਾਂ ਕਲੋਰੋ। ਹੁਣ ਪਲੈਟੀਨਮ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ 4, ਠੀਕ ਹੈ, ਬ੍ਰੋਮਾਈਡ। ਹੁਣ ਮੈਟਲ ਆਇਨ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ ਉਹ ਕਿੱਦਾਂ ਕੱਢੀ ਦੀ ਹੈ, ਆਪਾਂ ਵੈਸੇ ਤੁਹਾਨੂੰ ਆਂਦੀ ਹੋਊਗੀ ਰਿਡਾਕਸ ਰਿਐਕਸ਼ਨ ਚ ਆਪਾਂ ਕੀਤਾ, ਇਹਨੂੰ ਕੀ ਮੰਨ ਲੈਣਾ X। ਹੁਣ ਜਿਹੜਾ ਅਮੋਨੀਆ ਹੈ ਅਮੋਨੀਆ ਦੇ ਉੱਪਰ ਕਿੰਨਾ ਚਾਰਜ ਹੁੰਦਾ ਕੋਈ ਵੀ ਨਹੀਂ, ਠੀਕ ਹੈ, ਇੱਥੇ ਕੀ ਆ ਗਿਆ 0, ਠੀਕ ਹੈ, ਪਲੱਸ ਹੁਣ ਇੱਥੇ ਕੀ ਆਣਾ ਪਲੱਸ ਆਣਾ ਸੀ ਬਟ ਇਹਦੇ ਉੱਪਰ ਕਿੰਨਾ ਚਾਰਜ ਹੁੰਦਾ ਨੈਗੇਟਿਵ ਚਾਰਜ ਹੁੰਦਾ, ਤੇ ਓਵਰਆਲ ਕੰਪਲੈਕਸ ਦੇ ਉੱਪਰ ਕਿੰਨਾ ਚਾਰਜ ਹੈ ਕਿੰਨਾ ਪੂਰੇ 3, ਠੀਕ ਹੈ। ਹੁਣ ਇੱਧਰ ਲੈ ਜਾਾਂਗੇ ਆਪਾਂ ਇਸ ਨੂੰ ਇੱਧਰ ਲੈ ਜਾਾਂਗੇ, ਠੀਕ ਹੈ, ਤਾਂ X ਦੀ ਵੈਲਿਊ ਕਿੰਨੀ ਆ ਜਾਊਗੀ ਆਪਣੇ ਕੋਲ +4 ਆ ਜਾਊਗੀ, ਠੀਕ ਹੈ। ਤਾਂ ਐਵੇਂ ਆਪਾਂ ਮੈਟਲ ਆਇਨ ਦੀ ਕੀ ਕੱਢ ਸਕਦੇ ਹਾਂ ਆਕਸੀਡੇਸ਼ਨ ਸਟੇਟ ਕੱਢ ਸਕਦੇ ਹਾਂ, ਠੀਕ ਹੈ। ਤੇ ਹੁਣ ਨੈਕਸਟ ਐਗਜ਼ਾਮਪਲ ਦੇਖੋ ਜਿਵੇਂ ਆ ਹੈ ਪਲੈਟੀਨਮ, ਠੀਕ ਹੈ, NH2 ਮਤਲਬ ਇਹ ਕੀ ਹੈ ਇਥਿਲੀਨ ਡਾਈਅਮੀਨ। ਤਾਂ ਹੁਣ ਇਹਦਾ ਨਾਮ ਕੀ ਲਿਖਾਂਗੇ, ਹੁਣ ਜਿਹੜੇ ਆਪਾਂ ਨੇ ਕਿਹਾ ਸੀਗਾ ਅਗਰ ਪੋਲੀਡੈਂਡੈਂਟ ਲੀਗੈਂਡ ਹੈ, ਠੀਕ ਹੈ, ਉਹਨਾਂ ਨੂੰ ਆਪਾਂ ਨੇ ਕਿਵੇਂ ਲਿਖਣਾ
ਉਸ 'ਚ ਆਪਾਂ ਗ੍ਰੀਕ ਲੈਟਰ ਡਾਈ ਟਰਾਈ ਵਗੈਰਾ ਨਹੀਂ ਯੂਜ਼ ਕਰਨੀ, ਆਪਾਂ ਕੀ ਕਰਨਾ ਬਿਸਟ੍ਰਿਸ ਯੂਜ਼ ਕਰਨਾ। ਤਾਂ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਖਣਾ ਹੈ, ਹੁਣ ਉਰੇ ਕਲੋਰੋ ਹੈ ਨਾ, ਤਾਂ ਪਹਿਲਾਂ ਆਪਾਂ ਇਹਨੂੰ ਲਿਖਾਂਗੇ ਡਾਈ ਕਲੋਰੋ ਬਿਸ ਇਥਲੀਨ ਡਾਈ ਅਮੀਨ ਪਲੈਟੀਨਮ 4 ਕਲੋਰਾਈਡ। ਠੀਕ ਹੈ, ਹੁਣ ਇਹ ਕੀ ਹੈ, ਇਹਨੂੰ ਲਿਖਣ ਦਾ ਮੈਥਡ ਹੈ। ਨੈਕਸਟ ਐਗਜ਼ਾਮਪਲ ਦੇਖੋ ਕੋਬਾਲਟ, ਹੁਣ ਇਹਦੇ ਵਿੱਚ ਵੀ ਕੀ ਹੈ, ਹੁਣ ਇੱਥੇ ਕਿੰਨੇ ਆ ਗਏ 3 ਆ ਗਏ, ਉਰੇ 2 ਆ ਗਏ। ਠੀਕ ਹੈ, ਉਰੇ NH2 CH2 CH2 3। ਠੀਕ ਹੈ, ਹੁਣ ਇੱਥੇ 3 ਨੇ, ਤਾਂ ਉਰੇ ਕੀ ਆਊਗਾ ਟ੍ਰਿਸ ਇਥਲੀਨ ਡਾਈਅਮੀਨ, ਇਥਲੀਨ ਡਾਈਅਮੀਨ ਨੂੰ ਆਪਾਂ ਹੋਰ ਕੀ ਲਿਖ ਸਕਦੇ ਹਾਂ ਇਥੇਨ 1,2 ਡਾਈਅਮੀਨ ਕੋਬਾਲਟ। ਹੁਣ ਇਹ ਵੀ ਕਿਹੜਾ SO4 ਮਤਲਬ ਨੈਗੇਟਿਵ ਚਾਰਜ ਹੈ, ਮਤਲਬ ਇਹਦੇ ਉੱਪਰ ਕੰਪਲੈਕਸ ਆਇਨ ਦੇ ਉੱਪਰ ਕੀ ਹੋਊਗਾ ਪੋਜ਼ਿਟਿਵ ਚਾਰਜ ਹੋਏਗਾ। ਠੀਕ ਹੈ, ਮਤਲਬ ਕੋਬਾਲਟ ਨੂੰ ਆਪਾਂ ਐਸ ਲਿਖਣਾ ਹੈ ਕੋਬਾਲਟ। ਠੀਕ ਹੈ, SO4। ਠੀਕ ਹੈ, ਇਹਦੀ ਕੋਬਾਲਟ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ ਉਰੇ 3। ਠੀਕ ਹੈ, ਤੇ SO4 ਮਤਲਬ ਸਲਫੇਟ। ਕਲੀਅਰ। ਨੈਕਸਟ ਹੁਣ K4, ਹੁਣ ਆਪਾਂ ਨੂੰ ਜਿਹੜੇ ਵੀ ਹੁਣ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਪੋਜ਼ਿਟਿਵ ਹੈ ਜਾਂ ਨੈਗੇਟਿਵ, ਵੈਸੇ ਤਾਂ ਆਪਾਂ ਚਾਰਜ ਫਾਈਂਡ ਆਊਟ ਕਰ ਸਕਦੇ ਹਾਂ, ਵੈਸੇ ਆਪਾਂ ਫਾਰਮੂਲਾ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਂਦਾ। ਹੁਣ K4 ਹੈ, ਪੋਟਾਸ਼ੀਅਮ ਮਤਲਬ ਪੋਜ਼ਿਟਿਵ ਹੈ, ਪਹਿਲਾਂ ਲਿਖਿਆ ਹੋਇਆ ਮਤਲਬ ਕੈਟਾਇਨ ਪਹਿਲਾਂ ਲਿਖਦੇ ਆ ਨਾ, ਤਾਂ ਹੁਣ ਮਤਲਬ ਕਿ ਜਿਹੜਾ ਕੰਪਲੈਕਸ ਆਇਨ ਹੈ ਉਹਦੇ ਉਹ ਕੀ ਹੋਊਗਾ ਨੈਗੇਟਿਵਲੀ ਚਾਰਜ ਹੋਏਗਾ। ਹੁਣ ਇੱਥੇ ਕੀ ਲਿਖਿਆ ਹੋਇਆ ਸੀ ਜਿਹੜਾ ਨੈਗੇਟਿਵ ਚਾਰਜ ਹੈ, ਜਿਹੜਾ ਐਨਾਇਨ ਹੈ ਉਹ ਬਾਅਦ ਵਿੱਚ ਲਿਖਿਆ ਹੋਇਆ, ਤਾਂ ਮਤਲਬ ਕਿ ਜਿਹੜਾ ਕੰਪਲੈਕਸ ਆਇਨ ਹੈ ਉਹ ਕੀ ਹੋਊਗਾ ਪੋਜ਼ਿਟਿਵਲੀ ਚਾਰਜ ਹੋਏਗਾ। ਤਾਂ ਇੱਥੋਂ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਕੰਪਲੈਕਸ ਆਇਨ ਪੋਜ਼ਿਟਿਵਲੀ ਚਾਰਜ ਹੈ ਕਿ ਨੈਗੇਟਿਵਲੀ ਚਾਰਜ ਹੈ। ਤਾਂ ਹੁਣ ਇਹਦੀ ਐਗਜ਼ਾਮਪਲ, ਇਹਦਾ ਨਾਮ ਕੀ ਲਿਖਾਂਗੇ, ਹੁਣ ਉਰੇ K4 ਹੈ ਤਾਂ ਆਪਾਂ ਨੇ ਉਰੇ ਟੈਟਰਾ ਪੋਟਾਸ਼ੀਅਮ ਨਹੀਂ ਲਿਖਣਾ, ਆਪਾਂ ਸਿੰਪਲ ਇਹਨੂੰ ਕੀ ਲਿਖਣਾ ਹੈ ਪੋਟਾਸ਼ੀਅਮ ਲਿਖਣਾ ਹੈ। K4 ਇਸ ਚਾਰਜ ਨੂੰ ਬੈਲੈਂਸ ਕਰਨ ਲਈ ਲਿਖਿਆ ਹੈ, ਤਾਂ ਇਹਦਾ ਨਾਮ ਕੀ ਹੋਊਗਾ ਪੋਟਾਸ਼ੀਅਮ। ਹੁਣ 6 ਹੈ ਮਤਲਬ ਹੈਗਜ਼ਾ, CN ਨੂੰ ਕੀ ਲਿਖਦੇ ਆ ਸਿਆਨੋ, ਹੈਗਜ਼ਾ ਸਿਆਨੋ। ਹੁਣ ਨੈਗੇਟਿਵਲੀ ਚਾਰਜ ਹੈ ਤਾਂ ਜਿਹੜਾ ਮੈਟਲ ਆਇਨ ਹੈ ਉਹਦੇ ਵਿੱਚ ਆਪਾਂ ਕੀ ਲਗਾਉਣਾ 8 ਵਰਡ ਲਗਾਉਣਾ ਹੈ। ਤਾਂ ਹੁਣ ਇਹਦਾ ਕਾਮਨ ਨੇਮ ਕੀ ਹੋਊਗਾ ਆਇਰਨ 8 ਨਹੀਂ ਲਿਖਣਾ, ਕੀ ਆਪਾਂ ਪੜਿਆ ਸੀ ਆਇਰਨ ਨੂੰ ਕੀ ਬੋਲਦੇ ਆ ਫੈਰੇਟ ਬੋਲਦੇ ਆ, ਫੈਰੇਟ। ਤੇ ਹੁਣ ਇਹਦੀ ਜਦੋਂ ਆਕਸੀਡੇਸ਼ਨ ਸਟੇਟ ਫਾਈਂਡ ਆਊਟ ਕਰਾਂਗੇ ਉਹ ਕਿੰਨੀ ਆਊਗੀ 2 ਆ ਜੂਗੀ। ਤਾਂ ਹੁਣ ਇਹ ਸਾਰੇ ਕੀ ਸੀਗੇ ਐਗਜ਼ਾਮਪਲ ਸੀਗੀਆਂ। ਹੁਣ ਇਹ ਕੀ ਨੇ ਪ੍ਰੈਕਟਿਸ ਪ੍ਰੋਬਲਮਸ ਨੇ, ਇਹ ਤੁਸੀਂ ਖੁਦ ਕਰਕੇ ਦੇਖਿਓ। ਠੀਕ ਹੈ, ਅਗਰ ਹੁੰਦੀਆਂ ਤਾਂ ਠੀਕ ਹੈ, ਅਦਰਵਾਈਜ਼ ਮੈਂ ਤੁਹਾਡੀ ਹੈਲਪ ਕਰ ਦੂੰਗੀ। ਜਿਵੇਂ ਕਿ ਫਰਸਟ ਕੀ ਹੈ ਗਿਵ ਦਾ ਮੋਲੀਕੂਲਰ ਫਾਰਮੂਲਾ ਆਫ ਦੀ ਕੋਆਰਡੀਨੇਸ਼ਨ ਕੰਪਾਊਂਡ, ਇਹਦੇ ਤੁਸੀਂ ਨੇ ਕੀ ਲਿਖਣੇ ਆ, ਤੁਹਾਨੂੰ ਨਾਮ ਦਿੱਤੇ ਹੋਏ ਨੇ, ਤੁਸੀਂ ਇਹਨਾਂ ਦੇ ਕੀ ਲਿਖਣੇ ਆ ਫਾਰਮੂਲੇ ਲਿਖਣੇ ਆ। ਜਿਵੇਂ ਕਿ ਫਰਸਟ ਕੀ ਹੈ ਹੈਗਜ਼ਾ ਅਮੀਨ ਆਇਰਨ 3 ਨਾइट्रेट, सेकंड की है अमोनियम टेट्राक्लोरो क्यूपरेट 2, नेक्स्ट की है सोडियम मोनोक्लोरो पेंटा सियानो फेरेट 3, फोर्थ की है पोटाशियम हेक्साफ्लोरो कोबाल्टेट। ठीक है, ये सारे प्रैक्टिस करो, जिन्नी ज्यादा प्रैक्टिस करोगे उन्ने डाउट्स की होंगे थोड़े क्लियर होंगे। नैक्सट की है गिव द नेम ऑफ द फॉलोइंग कंपाउंड्स, हुण इत्थे तुहानू फार्मूला दिता है, तुसीं इहदा की लिखने है नाम लिखने है। ठीक है, हुण स्टूडेंट जिहड़ा आ वाला टॉपिक है आईपैक नेम ते फार्मूला लिखन। ठीक है, कोआर्डिनेशन कंपलैक्स दे विचों वैसे 2 नंबर दे ही आंदा, तां मोस्टली अपने कोल आईपैक नेम लिखना आ जांदा है या कैमिकल फार्मूला लिखना आ जांदा है। तां जिहड़ा आ वाला टॉपिक है तुसीं बहुत ही ध्यान नाल करना है, अच्छे तरीके नाल करना है। कि कोई भी डाउट होएगा तो तुहाडे कोल मेरा नंबर हैगा, तुसीं मैनूं मैसेज कर सकदे हो। ओके, थैंक यू।